किसान अकेडमी ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਤੁਸੀਂ ਮੇਰੇ ਨਾਲ ਐਨਟੀਟੀ ਦੀ ਪ੍ਰੈਪਰੇਸ਼ਨ ਦੇ ਵਿੱਚ ਜੁੜੇ ਹੋਏ ਹੋ ਤੇ ਅੱਜ ਜੋ ਆਪਾਂ ਐਮਸੀਕਿਊ ਸੀਰੀਜ਼ ਕਰ ਰਹੇ ਹਾਂ ਉਹ 8th ਸੀਰੀਜ਼ ਆ, ਕਿਉਂਕਿ ਤੁਹਾਡੀ ਸੀਰੀਜ਼ ਚੱਲ ਰਹੀ ਸੀ। ਥੋੜੇ ਦਿਨ ਦਾ ਗੈਪ ਸੀਗਾ ਤੁਹਾਡੀਆਂ ਕਲਾਸਿਸ ਦੇ ਵਿੱਚ, ਅਸੀਂ ਨਹੀਂ ਸੀ ਅਪਲੋਡ ਕਰ ਰਹੇ ਐਮਸੀਕਿਊਜ਼। ਰੀਜ਼ਨ ਸੀਗਾ ਕਿ ਜਲਦੀ ਹੀ ਆਪਣੇ ਜਿਹੜੇ ਬੈਚ ਨੇ ਦੋ, ਇੱਕ ਪੰਜਾਬ ਪੁਲਿਸ ਕਾਂਸਟੇਬਲ ਦੇ ਲਈ ਤੇ ਦੂਜਾ ਸੁਪਰਵਾਈਜ਼ਰ ਦੇ ਲਈ, ਆਂਗਣਵਾੜੀ ਸੁਪਰਵਾਈਜ਼ਰ ਦੇ ਲਈ, ਉਹ ਜਲਦੀ ਹੀ ਸਟਾਰਟ ਹੋਣ ਜਾ ਰਹੇ ਆ। ਕਾਂਸਟੇਬਲ ਦਾ ਜੋ ਬੈਚ ਆ ਉਹ 5 ਤਰੀਕ ਨੂੰ, 5 ਜੁਲਾਈ ਨੂੰ, ਤੇ ਜੋ ਆਂਗਣਵਾੜੀ ਸੁਪਰਵਾਈਜ਼ਰ ਦਾ ਬੈਚ ਆ ਉਹ 7 ਤਰੀਕ ਨੂੰ, 7 ਜੁਲਾਈ ਨੂੰ ਸਟਾਰਟ ਹੋਣ ਜਾ ਰਿਹਾ। ਤੇ ਇਸ ਕਰਕੇ ਥੋੜਾ ਪਲੈਨਿੰਗ ਦੇ ਕਰਕੇ ਬਿਜ਼ੀ ਸਕੇਡਿਊਲ ਸੀ। ਹੁਣ ਜਿਹੜਾ ਹੈਗਾ ਉਸੇ ਤਰੀਕੇ ਨਾਲ ਕੰਟੀਨਿਊ ਤੁਹਾਨੂੰ ਜਿਹੜੀ ਸਾਡੇ ਵੱਲੋਂ ਐਮਸੀਕਿਊਜ਼ ਪ੍ਰੋਵਾਈਡ ਕਰਵਾਏ ਜਾਣਗੇ, ਪਰ ਹਫਤੇ ਦੇ ਵਿੱਚ ਮਤਲਬ 3 ਵਾਰ ਕਰਵਾਏ ਜਾਣਗੇ। ਜਦੋਂ ਤੱਕ ਤੁਹਾਡੇ ਪੇਪਰ ਦਾ ਕੁਝ ਆਪਾਂ ਨੂੰ ਪਤਾ ਨਹੀਂ ਲੱਗਦਾ ਹਨਾ, ਤਾਂ ਉਦੋਂ ਤੱਕ ਤੁਹਾਨੂੰ ਜਿਹੜਾ ਹੈਗਾ ਹਫਤੇ ਦੇ ਵਿੱਚ 3 ਵਾਰ ਸਾਡੇ ਵੱਲੋਂ ਐਮਸੀਕਿਊਜ਼ ਅਪਲੋਡ ਕੀਤੇ ਜਾਣਗੇ। 3 ਦਿਨ ਕਲਾਸਿਸ ਹੋਣਗੀਆਂ ਤੁਹਾਡੀਆਂ ਐਮਸੀਕਿਊਜ਼ ਦੀਆਂ ਮੇਰੇ ਨਾਲ। ਤੇ ਜਿਹੜੇ ਬੱਚੇ ਮੇਰੇ ਨਾਲ ਕੋਰਸ ਦੇ ਵਿੱਚ ਜੁੜੇ ਹੋਏ ਨੇ ਉਹਨਾਂ ਲਈ ਵੀ ਜਦੋਂ ਤੱਕ ਸਾਡਾ ਪੇਪਰ ਨਹੀਂ ਹੋ ਜਾਂਦਾ ਉਦੋਂ ਤੱਕ ਮੇਰੇ ਵੱਲੋਂ ਜੋ ਇੰਪੋਰਟੈਂਟ ਚੀਜ਼ਾਂ ਮੈਨੂੰ ਲੱਗਦੀਆਂ ਰਹਿਣਗੀਆਂ ਉਹ ਵੀਡੀਓਜ਼ ਤੁਹਾਨੂੰ ਅਪਲੋਡ ਕੀਤੀਆਂ ਜਾਣਗੀਆਂ, ਜੋ ਵੀ ਟੌਪਿਕ ਮੈਨੂੰ ਕਦੇ ਲੱਗੂਗਾ ਕਿ ਤੁਹਾਡੇ ਲਈ ਇੰਪੋਰਟੈਂਟ ਆ। ਠੀਕ ਹੈ ਜੀ, ਤਾਂ ਅੱਜ ਦੀ ਜੋ ਐਮਸੀਕਿਊ ਸੀਰੀਜ਼ ਅਸੀਂ ਸਟਾਰਟ ਕਰਦੇ ਹਾਂ, ਇਹ ਤੁਹਾਡਾ ਆਨਲਾਈਨ ਟੈਸਟ ਸੀ ਜੋ ਲਾਸਟ ਡੇ ਲਿਆ ਗਿਆ ਸੀਗਾ ਤੁਹਾਡੀ ਬੈਚ ਦੇ ਵਿੱਚ ਹੀ। ਤਾਂ ਆਪਾਂ ਡਿਸਕਸ ਕਰਦੇ ਹਾਂ ਫਰਸਟ, ਵਿਚ ਆਫ ਫੋਲੋਇੰਗ ਇਜ਼ ਨਾਟ ਦਾ ਸੋਰਸ ਆਫ ਵੈਲਿਊ ਐਜੂਕੇਸ਼ਨ। ਤਾਂ ਸਾਡੇ ਕੋਲ ਪ੍ਰੀ ਪ੍ਰਾਇਮਰੀ ਸਕੂਲ ਦੇ ਵਿੱਚ ਕਹਿੰਦੇ ਜੋ ਮੁੱਲਵਾਨ ਸਿੱਖਿਆ ਹੈਗੀ ਆ ਉਹਦਾ ਕਿਹੜਾ ਸਰੋਤ ਨਹੀਂ ਆ। ਮਤਲਬ ਪ੍ਰੀ ਪ੍ਰਾਇਮਰੀ ਦੇ ਵਿੱਚ ਬੱਚੇ ਕਿਹੜੇ ਕਿਹਦੇ ਰਾਹੀਂ ਹੈ ਜੋ ਵੈਲਿਊ ਐਜੂਕੇਸ਼ਨ ਪ੍ਰਾਪਤ ਕਰ ਸਕਦੇ ਆ, ਪਰ ਕਿਹੜਾ ਇੱਕ ਸਰੋਤ ਆ ਜਿਹੜਾ ਉਹਨਾਂ ਦੇ ਲਈ ਵੈਲਿਊਏਬਲ ਨਹੀਂ ਆ ਐਟ ਪ੍ਰੀ ਪ੍ਰਾਇਮਰੀ ਸਕੂਲ, ਹਨਾ। ਤਾਂ ਆਪਣੇ ਕੋਲ ਫਰਸਟ ਹੈਗਾ ਸਬਜੈਕਟ। ਡੈਫੀਨੇਟਲੀ ਬੱਚਿਆਂ ਨੂੰ ਜੀਕੇ, ਥੋੜੇ ਮੈਥਮੈਟੀਕਲ ਕਨਸੈਪਟਸ, ਬੇਸਿਕ, ਬਿਲਕੁਲ ਬੇਸਿਕ ਮੈਥਮੈਟਿਕ ਕਨਸੈਪਟਸ ਵਗੈਰਾ ਮਤਲਬ ਲੱਗਦੇ ਆ, ਅਲਫਾਬੈਟ ਲੈਂਗੁਏजेस ਲੱਗਦੀਆਂ ਨੇ ਹਨਾ। ਤਾਂ ਸਬਜੈਕਟਸ ਉਹਨਾਂ ਕੋਲ ਹੁੰਦੇ ਨੇ, ਉਹਨਾਂ ਦੇ ਰਾਹੀਂ ਬੱਚੇ ਨੂੰ ਡਰਾਇੰਗ ਆਰਟ ਦਾ ਵਿਸ਼ਾ ਲੱਗਦਾ, ਤਾਂ ਇਹਨਾਂ ਦੇ ਰਾਹੀਂ ਬੱਚਿਆਂ ਦੇ ਵਿੱਚ ਵੈਲਿਊ ਐਜੂਕੇਸ਼ਨ ਨੂੰ ਭਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬਿਲਕੁਲ ਠੀਕ ਆ। ਕੋ ਕਰਿਕੂਲਰ ਐਕਟੀਵਿਟੀਜ਼, ਪਾਠ ਸਹਾਇਕ ਕਿਰਿਆਵਾਂ ਕਿਹੜੀਆਂ ਹੁੰਦੀਆਂ ਜਿਹੜੀਆਂ ਸਾਡੇ ਜਿਵੇਂ ਬੱਚੇ ਦੀਆਂ ਗੇਮਸ ਹੋ ਗਈਆਂ, ਡਰਾਇੰਗਸ ਹੋ ਗਈਆਂ, ਐਕਸਟਰਾ ਜੋ ਆਪਣੀਆਂ ਪਾਠ ਮਤਲਬ ਜੋ ਆਪਣਾ ਵਿਸ਼ੇ ਹੈਗੇ ਉਹਨਾਂ ਤੋਂ ਥੋੜਾ ਅਲੱਗ ਐਕਟੀਵਿਟੀਜ਼ ਜੋ ਕਰਦਾ ਉਹ ਵੀ ਇਹਦਾ ਹਿੱਸਾ ਰਹਿਣਗੀਆਂ। ਤੇ ਸਕੂਲ ਇਨਵਾਇਰਨਮੈਂਟ, ਸਕੂਲ ਦਾ ਜੋ ਵਾਤਾਵਰਨ ਹੈ ਉਹ ਬੱਚੇ ਨੂੰ ਮੁੱਲਵਾਨ ਸਿੱਖਿਆ ਸਿਖਾਉਣ ਦੇ ਵਿੱਚ ਹੈਲਪਫੁਲ ਆ। ਬਟ ਕਿਉਂਕਿ ਪ੍ਰੀ ਪ੍ਰਾਇਮਰੀ ਲੈਵਲ ਆ ਤਾਂ ਉਸ ਸਟੇਜ ਦੇ ਵਿੱਚ ਜੋ ਫਿਲੋਸਫੀਕਲ ਬੁੱਕਸ ਨੇ, ਕਿਉਂਕਿ ਅਜੇ ਬੱਚਾ ਬਹੁਤ ਛੋਟਾ ਤੋਂ ਕਿਸੇ ਫਿਲੋਸਫੀ ਨੂੰ ਨਹੀਂ ਸਮਝ ਸਕਦਾ, ਤੇ ਇਸ ਕਰਕੇ ਜੋ ਫਿਲੋਸਫੀਕਲ ਬੁੱਕਸ ਨੇ ਉਹਨਾਂ ਨੂੰ ਬੱਚਾ ਅਜੇ ਨਹੀਂ ਸਮਝ ਸਕਦਾ, ਉਹ ਬੱਚੇ ਲਈ ਵੈਲਿਊ ਐਜੂਕੇਸ਼ਨ ਦਾ ਸੋਰਸ ਨਹੀਂ ਹੋ ਸਕਦੀਆਂ। ਨੈਕਸਟ, which of following is direct method to imparting value education in children at preschool? ਇਹਨਾਂ ਦੇ ਵਿੱਚੋਂ ਕਿਹੜਾ ਮੁੱਲਵਾਨ ਸਿੱਖਿਆ ਦੀ ਸਿੱਧੀ ਵਿਧੀ ਆ। ਤੁਹਾਨੂੰ ਕਲਾਸ ਦੇ ਵਿੱਚ ਮੈਂ 2 ਮੈਥਡ ਕਰਾਏ ਸੀ, ਇੱਕ ਸੀ ਆਪਣੇ ਕੋਲ ਡਾਇਰੈਕਟ ਮੈਥਡ ਜਦੋਂ ਅਸੀਂ ਟੌਪਿਕ ਕੀਤਾ ਸੀ, ਤੇ ਇੱਕ ਮੈਥਡ ਸੀਗਾ ਇਨਡਾਇਰੈਕਟ ਮੈਥਡ। ਠੀਕ ਹੈ ਜੀ। ਡਾਇਰੈਕਟ ਮੈਥਡ ਕੀ ਆ, ਜਦੋਂ ਟੀਚਰ ਡਾਇਰੈਕਟ ਇਹ ਕਵੇ ਕਿ ਅੱਜ ਮੈਂ ਤੁਹਾਨੂੰ ਉਹ ਮੁੱਲਵਾਨ ਸਿੱਖਿਆ ਦੱਸਣੀ ਆ ਜਿਹੜੀਆਂ ਕਿਸੇ ਮਤਲਬ ਮੈਂ ਦੇਖੀਆਂ ਜਾਂ ਮੇਰੀ ਲਾਈਫ ਦੇ ਵਿੱਚ ਐਕਸਪੀਰੀਅੰਸ ਕੀਤੀਆਂ। ਜਦੋਂ ਮੈਂ ਡਾਇਰੈਕਟ ਕਿਸੇ ਵੈਲਿਊ ਐਜੂਕੇਸ਼ਨ ਦੇ ਉੱਪਰ ਕੰਸਿਸਟੈਂਸੀ ਦਊਂਗੀ ਕਲਾਸ ਦੇ ਵਿੱਚ, ਤਾਂ ਉਹ ਕੀ ਹੋਊਗਾ, ਡਾਇਰੈਕਟ ਮੈਥਡ। ਇਨਡਾਇਰੈਕਟ ਮੈਥਡ ਕੀ ਆ ਕਿ ਮੈਂ ਮੈਂਸ਼ਨ ਨਾ ਕਰਾਂ ਕਲਾਸ ਦੇ ਵਿੱਚ ਕਿ ਅਸੀਂ ਵੈਲਿਊ ਐਜੂਕੇਸ਼ਨ ਪੜ੍ਹਨੀ ਆ, ਪਰ ਬੱਚਾ ਮਤਲਬ ਕਿਸੇ ਇਨਡਾਇਰੈਕਟ ਤਰੀਕੇ ਦੇ ਨਾਲ ਉਹਨੂੰ ਲਰਨ ਕਰੇ। ਤਾਂ ਇਹ 2 ਮੈਥਡ ਸੀ ਸਾਡੇ ਕੋਲ ਬੇਸਿਕਲੀ ਬੱਚਿਆਂ ਨੂੰ ਪ੍ਰੀ ਸਕੂਲ ਦੇ ਵਿੱਚ ਵੈਲਿਊ ਐਜੂਕੇਸ਼ਨ ਪੜ੍ਹਾਉਣ ਦੇ, ਹਨਾ। ਤਾਂ ਜਿਹੜਾ ਸਾਡੇ ਕੋਲ ਕੋ ਕਰਿਕੂਲਰ ਐਕਟੀਵਿਟੀਜ਼ ਆ, ਕੋ ਕਰਿਕੂਲਰ ਐਕਟੀਵਿਟੀਜ਼ ਦੇ ਵਿੱਚ ਟੀਚਰ ਕਦੇ ਵੀ ਇਹ ਨਹੀਂ ਦੱਸਦਾਗਾ ਕਿ ਤੁਸੀਂ ਮਤਲਬ ਮੈਂ ਤੁਹਾਨੂੰ ਜੋ ਚੀਜ਼ ਸਿਖਾਉਣੀ ਆ ਵੈਲਿਊ ਐਜੂਕੇਸ਼ਨ ਆ, ਜਾਂ ਤੁਸੀਂ ਇਮਾਨਦਾਰੀ ਦੇ ਨਾਲ ਗੱਲ ਕਰਨੀ ਆ, ਜਾਂ ਹਨਾ। ਤਾਂ ਕੋ ਕਰਿਕੂਲਰ ਐਕਟੀਵਿਟੀਜ਼ ਦੇ ਵਿੱਚ ਜਿਵੇਂ ਆਪਾਂ ਕਹੀਏ ਗੇਮਸ ਹੋ ਗਈਆਂ ਜਾਂ ਕੋਈ ਵੀ ਸੌਂਗ ਕੰਪੀਟੀਸ਼ਨਸ ਹੋ ਗਏ, ਜਾਂ ਕਿਸੇ ਵੀ ਤਰ੍ਹਾਂ ਦੇ ਜੋ ਬੱਚਾ ਕੰਪੀਟੀਸ਼ਨਸ ਤੇ ਛੋਟੇ ਲੈਵਲ ਦੇ ਉੱਪਰ ਜੋ ਵੀ ਐਕਟੀਵਿਟੀਜ਼ ਉਹ ਕਰੂਗਾ, ਕੋ ਕਰਿਕੂਲਰ ਐਕਟੀਵਿਟੀਜ਼ ਕਰੂਗਾ, ਉਹ ਬੱਚੇ ਨੂੰ ਇਨਡਾਇਰੈਕਟ ਦੇ ਵਿੱਚ ਆਉਂਦੀਆਂ। ਠੀਕ ਹੈ। ਇਨਡਾਇਰੈਕਟ ਮੈਥਡ ਆ ਜਿਨ੍ਹਾਂ ਦੇ ਰਾਹੀਂ ਬੱਚਾ ਕੀ ਆ, ਮੁੱਲ ਸਿੱਖ ਸਕਦਾ, ਇੱਕ ਦੂਜੇ ਨਾਲ ਕੋਆਪਰੇਸ਼ਨ ਕਰਨਾ, ਓਨੈਸਟੀ ਸਿੱਖ ਸਕਦਾ, ਪਿਆਰ ਦੇ ਨਾਲ ਰਹਿਣਾ ਸਿੱਖ ਸਕਦਾ। ਇਸੇ ਤਰੀਕੇ ਨਾਲ ਗਰੁੱਪ ਐਕਟੀਵਿਟੀਜ਼ ਆ, ਗਰੁੱਪ ਐਕਟੀਵਿਟੀਜ਼ ਦੇ ਵਿੱਚ ਕਿੰਨੀ ਜ਼ਿਆਦਾ ਉਹਦੇ ਚ ਕੋਆਪਰੇਸ਼ਨ ਆਊਗੀ, ਹਨਾ। ਤੇ ਕੋਆਪਰੇਸ਼ਨ ਵੀ ਤਾਂ ਇੱਕ ਤਰੀਕੇ ਦੀ ਜਿਹੜੀ ਹੈ ਵੈਲਿਊ ਆ ਸਾਡੇ ਕੋਲ। ਠੀਕ ਹੈ। ਡੈਮੋਕ੍ਰੇਟਿਕ ਲਿਵਿੰਗ, ਤੁਸੀਂ ਇੱਕ ਬੱਚੇ ਨੂੰ ਲੋਕਤੰਤਰੀ ਵਾਤਾਵਰਨ ਪ੍ਰਦਾਨ ਕਰ ਦਿਓ, ਬੱਚਾ ਉੱਥੇ ਵੀ ਰਹਿ ਕੇ ਜਿਹੜੀਆਂ ਅੱਛੀਆਂ ਵੈਲਿਊ ਸਿੱਖ ਸਕਦਾ। ਪਰ ਇਹ ਤਿੰਨੋਂ ਮੈਥਡਸ ਨੇ ਜਿਹੜੇ ਸਾਡੇ ਕੋਲ, ਤਿੰਨੋਂ ਨੇ ਜਿਹੜੇ ਵੇ, ਇਹ ਸਾਡੇ ਕੋਲ ਇਨਡਾਇਰੈਕਟ ਨੇ। ਇਹ ਜਦੋਂ ਮੈਂ ਤੁਹਾਨੂੰ ਕਲਾਸ ਦੇ ਵਿੱਚ ਕਰਵਾਇਆ ਸੀਗਾ ਤਾਂ ਉਦੋਂ
ਇਹਨਾਂ ਦੇ ਬਾਰੇ ਚ ਦੱਸਿਆ ਸੀਗਾ ਕਿ ਕਿਹੜੇ ਡਾਇਰੈਕਟ ਨੇ ਤੇ ਕਿਹੜੇ ਇਨਡਾਇਰੈਕਟ ਨੇ, ਠੀਕ ਹੈ। ਬਟ ਜਿਹੜੀਆਂ ਸਟੋਰੀਜ਼ ਨੇ ਆਫ ਗ੍ਰੇਟ ਪੀਪਲ, ਜਿਹੜੀਆਂ ਮਹਾਨ ਲੋਕਾਂ ਦੀਆਂ ਕਹਾਣੀਆਂ ਨੇ, ਠੀਕ ਹੈ, ਉਹਨਾਂ ਨੂੰ ਅਸੀਂ ਕਿਹਦੇ ਚ ਸ਼ਾਮਲ ਕਰਦੇ ਹੈਗੇ ਆ, ਡਾਇਰੈਕਟ। ਜਦੋਂ ਟੀਚਰ ਇਹ ਕਹੂਗਾ ਕਿ ਮੈਂ ਅੱਜ ਗਾਂਧੀ ਜੀ ਦੇ ਜੀਵਨ ਦੇ ਬਾਰੇ ਚ ਪੜਾਉਣਾ ਹਨਾ, ਤੇ ਗਾਂਧੀ ਜੀ ਜਿਹੜੇ ਸੱਚਾਈ ਦੇ ਉੱਪਰ ਜ਼ੋਰ ਦਿੰਦੇ ਸੀ, ਇਹਨਾਂ ਚੀਜ਼ਾਂ ਦੇ ਉੱਪਰ ਜ਼ੋਰ ਦਿੰਦੇ ਸੀ, ਤਾਂ ਇਹਦਾ ਮਤਲਬ ਟੀਚਰ ਕੀ ਆ, ਡਾਇਰੈਕਟਲੀ ਪੜ੍ਹਾ ਰਿਹਾ। ਇਸ ਤੋਂ ਪਹਿਲਾਂ ਨਾ ਇੱਕ ਚੀਜ਼ ਹੋਰ ਧਿਆਨ ਦੇ ਵਿੱਚ ਰੱਖਿਓ ਕਿ ਡਾਇਰੈਕਟ ਮੈਥਡ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਵੀ ਟੀਚਰ ਨੇ ਬੱਚੇ ਨੂੰ ਵੈਲਿਊ ਐਜੂਕੇਸ਼ਨ ਟੀਚ ਕਰਨੀ ਆ, ਵੈਲਿਊ ਸਿਖਾਉਣੀ ਆ, ਤਾਂ ਪਹਿਲਾਂ ਟੀਚਰ ਨੂੰ ਉਹ ਖੁਦ ਵੈਲਿਊਜ਼ ਮੰਨਣੀਆਂ ਪੈਣਗੀਆਂ। ਜਾਨੀ ਸਟੋਰੀ ਟੈਲਿੰਗ, ਜੇ ਤੁਹਾਡੇ ਕੋਲ ਦੋਨੋਂ ਆਪਸ਼ਨਸ ਹੋਣ, ਸਟੋਰੀ ਟੈਲਿੰਗ ਵੀ ਹੋ ਗਿਆ, ਪਹਿਲਾਂ ਆਪਾਂ ਇਹ ਕਹਿ ਦਈਏ ਕਿ ਇੱਕ ਟੀਚਰ ਨੇ ਪਹਿਲਾਂ ਉਹਨੂੰ ਆਪਦੇ ਆਪ ਨੂੰ ਉਹਨਾਂ ਦੇ ਅਕੋਰਡਿੰਗ ਢਾਲਣਾ, ਤਾਂ ਸਾਡੇ ਕੋਲ ਇੱਥੇ ਆਪਸ਼ਨ ਆ, ਪਹਿਲਾਂ ਟੀਚਰ ਆਪਦੇ ਆਪ ਨੂੰ ਉਸ ਤਰੀਕੇ ਦੇ ਨਾਲ ਪ੍ਰੈਜ਼ੈਂਟ ਕਰੂਗਾ ਹਨਾ, ਆਪ ਉਹਨਾਂ ਵੈਲਿਊਜ਼ ਨੂੰ ਮੰਨੂਗਾ, ਤੇ ਬੱਚਾ ਡਾਇਰੈਕਟ ਉਹਨੂੰ ਦੇਖ ਕੇ ਖੁਦ ਬਾ ਖੁਦ ਆ ਜਿਹੜਾ ਲਰਨ ਕਰ ਜੂਗਾ ਵੈਲਿਊਜ਼ ਨੂੰ। ਤਾਂ ਉਹ ਵੀ ਇੱਕ ਤਰੀਕੇ ਦਾ ਡਾਇਰੈਕਟ ਮੈਥਡ ਆ। ਮਤਲਬ ਟੀਚਰ ਆਪਦੇ ਆਪ ਨੂੰ ਪ੍ਰੈਜ਼ੈਂਟ ਕਰਕੇ ਜਦੋਂ ਵੈਲਿਊਜ਼ ਦੱਸੂਗਾ ਹਨਾ ਕਿ ਮੈਂ ਇਸ ਤਰੀਕੇ ਨਾਲ ਕਰਦਾ, ਇਹ ਚੰਗਾ ਬਿਹੇਵੀਅਰ ਆ, ਤੁਸੀਂ ਵੀ ਇਸ ਤਰੀਕੇ ਨਾਲ ਕਰੋ, ਨਾਲ ਹੀ ਫਿਰ ਉਹ ਸਟੋਰੀ ਟੈਲਿੰਗ ਕਿਸੇ ਮਹਾਨ ਲੋਕਾਂ ਦੀਆਂ ਸਟੋਰੀਜ਼ ਦੱਸ ਸਕਦਾ, ਆਪਦੀ ਲਾਈਫ ਦੀਆਂ ਐਗਜ਼ਾਮਪਲਸ ਦੇ ਸਕਦਾ, ਕਿਸੇ ਹੋਰ ਦੀ ਲਾਈਫ ਦੀਆਂ ਐਗਜ਼ਾਮਪਲਸ ਦੇ ਸਕਦਾ, ਤੇ ਸਾਰੇ ਅਸੀਂ ਕਿਹਦੇ ਚ ਰੱਖਦੇ ਹੈਗੇ ਆ ਜੀ, ਸਾਡੇ ਇਨਡਾਇਰੈਕਟ ਮੈਥਡ ਦੇ ਵਿੱਚ। ਕਲੀਅਰ? ਤਾਂ ਇਹ ਕਾਫੀ ਬੱਚਿਆਂ ਨੂੰ ਡਾਊਟ ਸੀਗੇ ਇਸ ਕੁਐਸਚਨ ਨੂੰ ਲੈ ਕੇ ਕਿ ਮਤਲਬ ਕਿਹੜਾ ਸਾਡੇ ਕੋਲ ਇੱਥੇ ਡਾਇਰੈਕਟ ਮੈਥਡ ਆ ਤੇ ਕਿਹੜਾ ਇਨਡਾਇਰੈਕਟ ਮੈਥਡ ਆ, ਠੀਕ ਹੈ ਜੀ। ਤਾਂ ਇੱਥੇ ਆਪਣੇ ਕੋਲ ਜੋ ਹੈ ਨੈਕਸਟ ਕੁਐਸਚਨ, ਲਵ ਫॉर ਨੇਚਰ ਐਂਡ ਬਿਊਟੀ ਇਜ਼, ਨੇਚਰ ਦੇ ਲਈ ਤੇ ਬਿਊਟੀ ਦੇ ਲਈ ਪਿਆਰ, ਠੀਕ ਹੈ ਜੀ। ਸਾਡਾ ਜੋ ਨੇਚਰ ਦੇ ਲਈ ਮਤਲਬ ਕੁਦਰਤ ਦੇ ਲਈ ਤੇ ਬਿਊਟੀ ਦੇ ਲਈ ਮਤਲਬ ਸੁੰਦਰਤਾ ਦੇ ਲਈ ਜੋ ਪਿਆਰ ਆ, ਅਸੀਂ ਉਹਨੂੰ ਕਿਹੜੀ ਵੈਲਿਊ ਦੇ ਵਿੱਚ ਰੱਖਦੇ ਆ ਹਨਾ, ਕਿਹੜੀ ਮਤਲਬ ਇੱਕ ਤਰੀਕੇ ਦੀ ਵੈਲਿਊ। ਤਾਂ ਇਹ ਵੀ ਤੁਹਾਨੂੰ ਕਲਾਸ ਦੇ ਵਿੱਚ ਕਰਾਇਆ ਗਿਆ ਸੀ ਜਦੋਂ ਟਾਈਪਸ ਕਰਵਾਈਆਂ ਸੀ, ਐਸਥੈਟਿਕ ਵੈਲਿਊ। ਸੁਹਜਾਤਮਕ ਦਾ ਮਤਲਬ ਹੀ ਕੀ ਹੁੰਦਾ, ਲਵ ਹੋਣਾ ਨੇਚਰ ਦੇ ਪ੍ਰਤੀ, ਕਿਸੇ ਸੁੰਦਰ ਚੀਜ਼ ਦੇ ਪ੍ਰਤੀ। ਤੁਸੀਂ ਕਿਸੇ ਝਰਨੇ ਨੂੰ ਦੇਖ ਕੇ ਖੁਸ਼ ਹੁੰਦੇ ਆ, ਉਹ ਐਸਥੈਟਿਕ ਵੈਲਿਊ ਆ। ਕਿਸੇ ਦਰਖਤਾਂ ਨੂੰ, ਕਿਤੇ ਗ੍ਰੀਨਰੀ ਨੂੰ ਦੇਖ ਕੇ ਖੁਸ਼ ਹੁੰਦੇ ਆ, ਉਹ ਐਸਥੈਟਿਕ ਵੈਲਿਊ ਆ, ਠੀਕ ਹੈ। ਸਪਿਰਿਚੁਅਲ ਵੈਲਿਊ ਕਿਹੜੀ ਹੁੰਦੀ ਆ, ਅਧਿਆਤਮਿਕ, ਜਿਵੇਂ ਆਪਾਂ ਕਹੀਏ ਪਾਠ ਪੂਜਾ ਕਰਨਾ, ਕਿਸੇ ਧਰਮ ਨੂੰ ਮੰਨਣਾ, ਇਹ ਸਾਡੀਆਂ ਸਪਿਰਿਚੁਅਲ ਵੈਲਿਊਜ਼ ਨੇ। ਸੋਸ਼ਲ ਵੈਲਿਊਜ਼ ਨੇ ਕੋਆਪਰੇਸ਼ਨ ਕਰਨਾ, ਡੈਮੋਕ੍ਰੇਟਿਕ ਬਿਹੇਵੀਅਰ ਨੂੰ ਰੱਖਣਾ, ਠੀਕ ਹੈ। ਮੋਰਲ ਵੈਲਿਊਜ਼ ਕਿਹੜੀਆਂ ਨੇ, ਚੰਗਾ ਕਰੈਕਟਰ, ਇਮਾਨਦਾਰੀ, ਵੱਡਿਆਂ ਦਾ ਆਦਰ ਸਤਿਕਾਰ ਕਰਨਾ, ਇਹ ਸਾਰੀਆਂ ਕਿਹੜੀਆਂ ਨੇ, ਮੋਰਲ ਵੈਲਿਊਜ਼। फोर्थ क्वेश्चन अपने कोल, डैश इज essential at work because you must be able to work with other। जो तुसी दूजियां दे नाल काम करना तो तुहाडे विच की होना चाहिए, स्पैशली when you don't always agree। खास तौर ते जदों तुहाडी ओपीनियन किसी दे नाल नहीं मिलदी तो उस टाइम ते तुहाडे च किहड़ी वैल्यू सब तो ज्यादा इंपॉर्टेंट आ। ਇਹ ਨਹੀਂ ਆ ਕਿ ਉੱਥੇ ਬਾਕੀ ਵੈਲਿਊਜ਼ ਨਹੀਂ ਹੋਣਗੀਆਂ, ਬਾਕੀ ਵੀ ਹੋਣਗੀਆਂ, ਪਰ ਜਦੋਂ ਤੁਸੀਂ ਕਿਸੇ ਦੂਜੇ ਨਾਲ ਮਿਲਦੇ ਹੋ ਹਨਾ, ਉਹ ਵੀ ਉਦੋਂ ਮਿਲਦੇ ਹੋ ਜਦੋਂ ਤੁਹਾਡੀ ਓਪੀਨੀਅਨ ਉਹਦੇ ਤੋਂ ਅਲੱਗ ਹੋਵੇ, ਤਾਂ ਅਸੀਂ ਉਹਨੂੰ ਕੀ ਆਖਦੇ ਹੈਗੇ ਆ, ਕੋਆਪਰੇਸ਼ਨ, ਠੀਕ ਹੈ। ਕੋਆਪਰੇਸ਼ਨ ਦਾ ਕੀ ਮਤਲਬ ਆ, ਜਦੋਂ ਤੁਸੀਂ ਕਿਸੇ ਹੋਰ ਪਰਸਨ ਦੇ ਨਾਲ ਮਿਲ ਕੇ ਕੰਮ ਕਰਦੇ ਹੋ, ਠੀਕ ਹੈ, ਆਲਦੋ ਤੁਹਾਡੀ ਜਿਹੜੀ ਓਪੀਨੀਅਨ ਹੈਗੀ ਆ ਉਹਦੇ ਨਾਲ ਮੇਲ ਨਾ ਖਾਂਦੀ ਹੋਵੇ, ਠੀਕ ਹੈ, ਤਾਂ ਉਹਨੂੰ ਅਸੀਂ ਕਿਹਦੇ ਚ ਰੱਖਦੇ ਹੈਗੇ ਆ, ਸਾਡੀ ਕੋਆਪਰੇਸ਼ਨ ਦੇ ਵਿੱਚ, ਜਿਹੜਾ ਕਿ ਬੜਾ ਹੀ ਇੰਪੋਰਟੈਂਟ ਆ ਕਾਦੇ ਲਈ, ਜੇ ਅਸੀਂ ਕਿਸੇ ਵੀ ਜਗ੍ਹਾ ਦੇ ਉੱਪਰ ਕੰਮ ਕਰਨਾ, ਠੀਕ ਹੈ। ਤਾਂ ਇਹ ਕਾਫੀ ਇੰਪੋਰਟੈਂਟ ਆ। ਸਾਰੀਆਂ ਵੈਲਿਊਜ਼ ਹੀ ਵੈਸੇ ਤੁਹਾਡੇ ਲਈ ਇੰਪੋਰਟੈਂਟ ਹੈ, ਕਿਉਂਕਿ ਵੈਲਿਊ ਐਜੂਕੇਸ਼ਨ ਟੌਪਿਕ ਆ ਨਾ, ਤੁਸੀਂ ਬੱਚੇ ਨੂੰ ਸਿਖਾਉਣੀ ਆ, ਤਾਂ ਤੁਹਾਨੂੰ ਇਹ ਕਲੀਅਰ ਹੋਣਾ ਚਾਹੀਦਾ ਕਿ ਕਿਹੜੀ ਵੈਲਿਊ ਕਿਸ ਤਰੀਕੇ ਦੀ ਹੈ। ਦੈਨ ਆਪਣੇ ਕੋਲ which of following is second stage of moral development। ਅਸਲ ਦੇ ਵਿੱਚ ਜਿਹੜਾ ਕੁਐਸਚਨ ਆ ਕਿਹੜੀ ਥਿਊਰੀ ਦੇ ਨਾਲ ਰਿਲੇਟਡ ਹੈਗਾ, ਕੋਲਬਰਗ ਦੀ ਥਿਊਰੀ ਦੇ ਨਾਲ ਹਨਾ। ਕੋਲਬਰਗ ਦੀ ਅਸੀਂ ਥਿਊਰੀ ਕੀਤੀ ਸੀਗੀ, ਕੋਲਬਰਗ ਨੇ ਕਿਹਦੇ ਨਾਲ ਰਿਲੇਟਡ ਥਿਊਰੀ ਦਿੱਤੀ ਹੈ ਜੀ, ਮੋਰਲ ਐਜੂਕੇਸ਼ਨ ਦੇ ਨਾਲ, ਮੋਰਲ ਡਿਵੈਲਪਮੈਂਟ ਦੇ ਨਾਲ। ਉਹਦੇ ਅਕੋਰਡਿੰਗ ਬੱਚਾ ਕਿੱਧਰ ਨੂੰ ਮੂਵ ਕਰਦਾ, ਸਭ ਤੋਂ ਪਹਿਲਾਂ ਉਹਦੀ ਜਿਹੜੀ ਮੋਰਲਿਟੀ ਹੈਗੀ ਆਫ ਦੇ ਇੰਟਰਸਟ ਦੇ ਅਕੋਰਡਿੰਗ, ਸਜ਼ਾ ਦੇ ਅਕੋਰਡਿੰਗ, ਸੈਲਫ ਰਿਵਾਰਡ ਦੇ ਅਕੋਰਡਿੰਗ ਹੁੰਦੀ ਆ ਫਰਸਟ ਸਟੇਜ ਦੇ ਵਿੱਚ, ਜਿਹਨੂੰ ਉਹਨੇ ਆਖਿਆ ਪ੍ਰੀ ਕਨਵੈਨਸ਼ਨਲ ਸਟੇਜ, ਠੀਕ ਹੈ। ਦੂਜੇ ਦੇ ਵਿੱਚ ਉਹਦੀ ਪੂਰੀ ਮੋਰਲਿਟੀ ਕਿਹਦੇ ਤੇ ਆਧਾਰਿਤ ਹੋ ਜਾਂਦੀ ਹੈ, ਸੁਸਾਇਟੀ ਤੇ ਆਧਾਰਿਤ, ਸਮਾਜ ਦੂਜਿਆਂ ਤੇ ਆਧਾਰਿਤ, ਠੀਕ ਹੈ। ਤੇ ਤੀਜੀ ਕੀ ਆ, ਫਿਰ ਬੱਚੇ ਦੀ ਜਦੋਂ ਥੋੜਾ ਵੱਡਾ ਹੋ ਜਾਂਦਾ ਤਾਂ ਉਹ ਸੈਲਫ ਰੀਜ਼ਨਿੰਗ ਦੇ ਆਧਾਰ ਦੇ ਉੱਪਰ ਆਪਦੀ ਮੋਰਲਿਟੀ ਯਾਨੀ ਨੈਤਿਕਤਾ ਡਿਸਾਈਡ ਕਰਦਾ। ਤਾਂ ਜਿਹੜੀ ਦੂਜੀ ਸਟੇਜ ਸੀ ਉਹ ਆਪਣੇ ਕੋਲ ਕਿਹੜੀ ਆ, ਕਨਵੈਨਸ਼ਨਲ। ਕੋਲਬਰਗ ਨੇ ਬੇਸਿਕਲੀ ਸਟੱਡੀ ਕਿਹਦੇ ਉੱਪਰ ਕੀਤੀ ਸੀਗੀ, ਹੀਨਜ਼ ਦੇ ਉੱਪਰ। ਹੀਨਜ਼ ਪਰਸਨ ਸੀ ਜਿਹਦੇ ਉੱਪਰ ਇਹਨੇ ਮਤਲਬ ਜੋ ਆਪਦਾ ਪੂਰਾ ਐਕਸਪੈਰੀਮੈਂਟ ਕੀਤਾ, ਠੀਕ ਹੈ।
ਮੋਰਲ ਕਈ ਵਾਰੀ ਪੁੱਛ ਲਿਆ ਜਾਂਦਾ ਕਿ ਮੋਰਲ ਐਜੂਕੇਸ਼ਨ ਮੋਰਲ ਕੀ ਆ, ਤਾਂ ਮੋਰਲ ਹੁੰਦਾ ਮੋਰਲ ਡਿਵੈਲਪਮੈਂਟ ਦਾ ਮਤਲਬ ਹੁੰਦਾ ਜਦੋਂ ਬੱਚਾ ਸਹੀ ਤੇ ਗਲਤ ਦੇ ਵਿੱਚ ਡਿਸੀਜਨ ਲੈਣ ਲੱਗ ਜਾਂਦਾ ਨਾ, ਕੀ ਸਹੀ ਆ ਕੀ ਗਲਤ ਆ, ਤੁਹਾਨੂੰ ਅਸੀਂ ਆਖਦੇ ਹੈਗੇ ਕਿਸੇ ਪਰਸਨ ਦੀ ਮੋਰਲਿਟੀ। 6th ਕੁਐਸਚਨ ਆਪਣੇ ਕੋਲ, ਹੂ ਐਮਫਸਾਈਜ਼ ਰਿਅਲਾਈਜੇਸ਼ਨ ਆਫ ਟਰੂਥ ਬਿਊਟੀ ਐਂਡ ਗੁੱਡਨੈਸ ਇਨ ਇਜ਼ ਏਮ ਆਫ ਐਜੂਕੇਸ਼ਨ। ਕੌਣ ਜ਼ੋਰ ਦਿੰਦਾ ਸੱਚਾਈ ਦੇ ਉੱਪਰ, ਬਿਊਟੀ ਦੇ ਉੱਪਰ ਤੇ ਗੁੱਡਨੈਸ ਦੇ ਉੱਪਰ, ਹਨਾ ਕਿ ਚੰਗਿਆਈ ਦੇ ਉੱਪਰ ਐਜੂਕੇਸ਼ਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੋਣ। ਤਾਂ ਇਹ ਤੁਸੀਂ ਆਈਡਲਿਜ਼ਮ, ਨੈਚੁਰਲਿਜ਼ਮ, ਇਹ ਸਾਰੀਆਂ ਚੀਜ਼ਾਂ ਪੜ੍ਹੀਆਂ ਹੋਣਗੀਆਂ। ਫਿਲੋਸਫੀ ਦਾ ਇੱਕ ਬੜਾ ਹੀ ਇੰਪੋਰਟੈਂਟ ਪੋਰਸ਼ਨ ਆ ਨਾ, ਤੇ ਤੁਹਾਡੇ ਕਰਿਕੂਲਮ ਦੇ ਵਿੱਚ ਵੀ ਥੋੜਾ ਜਿਹਾ ਪੋਰਸ਼ਨ ਸੀ ਜੋ ਫਿਲੋਸਫੀ ਦਾ ਐਡ ਆ। ਤਾਂ ਇਸ ਕਰਕੇ ਸਾਡੇ ਕੋਲ ਆਈਡਲਿਜ਼ਮ ਆ, ਹਨਾ ਜਿਹੜਾ ਆਦਰਸ਼ਵਾਦਾਂ ਦੇ ਆਦਰਸ਼ ਨੇ ਸਾਰੇ, ਤਾਂ ਆਦਰਸ਼ਾਂ ਦੇ ਉੱਪਰ ਜ਼ੋਰ ਦਿੰਦਾ। ਜਿਹੜਾ ਪ੍ਰੈਗਮਾਟਿਜ਼ਮ ਆ ਉਹ ਕਿਹਦੇ ਉੱਪਰ ਜ਼ੋਰ ਦਿੰਦਾ ਹੈਗਾ, ਐਕਸਪੈਰੀਮੈਂਟਸ ਦੇ ਉੱਪਰ। ਨੈਚੁਰਲਿਜ਼ਮ ਕਿਹਦੇ ਉੱਪਰ ਜ਼ੋਰ ਦਿੰਦਾ ਹੈਗਾ, ਕੁਦਰਤ ਦੀ ਗੋਦੀ ਦੇ ਵਿੱਚ ਬੱਚੇ ਦੇ ਨੇਚਰ ਦੇ ਅਕੋਰਡਿੰਗ ਪੜ੍ਹਾਉਣ ਦੇ ਉੱਪਰ। 7th ਕੁਐਸਚਨ, what is moral value? ਠੀਕ ਹੈ, ਮੈਂ ਹੁਣੇ ਦੱਸ ਕੇ ਹਟੀ ਹਾਂ ਤੁਹਾਨੂੰ। moral value ਆਪਣੇ ਕੋਲ ਕੀ ਆ, if it is important for acquiring something else, ਜਦੋਂ ਤੁਸੀਂ ਕੋਈ ਹੋਰ ਚੀਜ਼ acquire ਕਰਦੇ ਹੋ। then next ਆਪਣੇ ਕੋਲ value that help judge behavior based on what we think, ਠੀਕ ਹੈ, what we think is good compared to what we think is wrong, ਕੀ ਸਹੀ ਆ ਤੇ ਕੀ ਗਲਤ ਆ, ਉਹਦੇ ਚ ਜਦੋਂ ਤੁਸੀਂ ਜੱਜ ਕਰਨਾ ਸਟਾਰਟ ਕਰ ਦਿੰਦੇ ਹੋ ਤਾਂ ਇਹ ਸਾਡੀ ਕੀ ਹੁੰਦੀ ਹੈ ਜੀ, ਮੋਰਲਿਟੀ। ਠੀਕ ਹੈ, ਆਪਣੇ ਕੋਲ ਕੀ ਆ, ਮੋਰਲਿਟੀ। ਦੈਨ ਹੈਗਾ ਵੈਲਿਊ ਦੈਟ ਸ਼ੋ ਯੂ ਹਾਊ ਟੂ ਡੂ ਸਮਥਿੰਗ, ਕਿ ਉਹ ਮੁੱਲ ਉਹ ਆ ਜੋ ਦਰਸਾਉਂਦੇ ਆ ਕਿ ਕਿਵੇਂ ਕੁਝ ਕਰਨਾ। ਪਰ ਇੱਥੇ ਸਾਡੇ ਕੋਲ ਸਭ ਤੋਂ ਜ਼ਿਆਦਾ ਜਿਹੜੀ ਬੈਸਟ ਸਟੇਟਮੈਂਟ ਆ, ਕਿਉਂਕਿ ਵੈਲਿਊ ਐਜੂਕੇਸ਼ਨ ਦਾ ਨਾ ਵੈਲਿਊਜ਼ ਦਾ ਮੇਨ ਮਤਲਬ ਹੀ ਕੀ ਹੁੰਦਾ ਕਿ ਰਾਈਟ ਤੇ ਰੋਂਗ ਦੇ ਵਿੱਚੋਂ ਜੱਜ ਕਰਨਾ। ਠੀਕ ਹੈ, ਤੇ ਜੇ ਤੁਹਾਡੇ ਕੋਲ ਇਹ ਆਪਸ਼ਨ ਹੋਵੇ ਫਿਰ ਉੱਥੇ ਤੁਸੀਂ ਬਾਕੀਆਂ ਦੇ ਵਿੱਚ ਨਹੀਂ ਉਲਝਣਾ, ਚੁੱਪ ਕਰਕੇ ਇਹਦੇ ਤੇ ਟਿਕ ਲਾ ਦੇਣੀ ਆ। ਠੀਕ ਹੈ, ਜੇ ਇੱਥੇ ਆਲ ਆਫ ਅਬਵ ਵਰਗੀ ਆਪਸ਼ਨ ਦੀ ਫੇਰ ਸਾਨੂੰ ਜ਼ਰੂਰ ਸੋਚਣਾ ਪੈਂਦਾ ਹਨਾ। ਦੈਨ ਹੈ ਆਪਣੇ ਕੋਲ ਵਟ ਆਰ ਦਾ ਵੈਲਿਊਜ਼। ਠੀਕ ਹੈ, ਵੈਲਿਊਜ਼ ਕਹਿੰਦੇ ਕੀ ਹੁੰਦੀਆਂ, ਦੇਖੋ ਮੋਰਲ ਵੈਲਿਊ ਕੀ ਹੁੰਦੀ ਆ, ਰਾਈਟ ਤੇ ਰੋਂਗ ਦੇ ਵਿੱਚ ਜੋ ਅਸੀਂ ਜੱਜ ਕਰਦੇ ਆ, ਤੇ ਅਸਲ ਦੇ ਵਿੱਚ ਵੈਲਿਊਜ਼ ਕੀ ਹੁੰਦੀਆਂ, ਆਈਡੀਆਜ਼, ਥਾਟ ਐਂਡ ਐਕਸ਼ਨ ਦੈਟ ਆਰ ਇੰਪੋਰਟੈਂਟ ਟੂ ਅਸ। ਠੀਕ ਹੈ, ਸੈਕਿੰਡ ਆਪਣੇ ਕੋਲ ਸਮਥਿੰਗ ਦੈਟ ਵੀ ਆਰ ਡੂਇੰਗ, ਸਟ੍ਰੇਂਜ ਥਾਟਸ, ਜੋ ਅਜੀਬ ਥਾਟਸ ਨੇ। ਤਾਂ ਇੱਥੇ ਸਾਡੇ ਕੋਲ ਹੈ ਆਈਡੀਆਜ਼। ਠੀਕ ਹੈ, ਜੋ ਸਾਡੇ ਵਿਚਾਰ ਨੇ, ਜੋ ਸਾਡੇ ਸੰਕਲਪ ਨੇ, ਜੋ ਅਸੀਂ ਗਤੀਵਿਧੀਆਂ ਕਰਦੇ ਆ ਜਿਹੜੀਆਂ ਸਾਨੂੰ ਸਾਡੇ ਲਈ ਇੰਪੋਰਟੈਂਟ ਲੱਗਦੀਆਂ ਨੇ, ਉਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਕੀ ਆਖਦੇ ਹੈਗੇ ਆ, ਵੈਲਿਊਜ਼। ਠੀਕ ਹੈ, ਵੈਲਿਊਜ਼ ਅਸਲ ਦੇ ਵਿੱਚ ਕੀ ਆ, ਛੋਟੇ ਬੱਚੇ ਦੇ ਲਈ ਜੋ ਵੀ ਵੈਲਿਊਜ਼ ਨੇ ਉਹਨਾਂ ਨੂੰ ਕੌਣ ਤਿਆਰ ਕਰਦਾ ਹੈਗਾ, ਸਭ ਤੋਂ ਪਹਿਲਾਂ ਉਹਨਾਂ ਦੇ ਪੇਰੈਂਟਸ। ਬੱਚਾ ਬੇਸਿਕਲੀ ਸ਼ੁਰੂਆਤੀ ਦੌਰ ਦੇ ਵਿੱਚ ਜੋ ਵੈਲਿਊਜ਼ ਨੇ ਉਹਨਾਂ ਨੂੰ ਕਿੱਥੋਂ ਲਰਨ ਕਰੂਗਾ, ਆਪਣੇ ਘਰ ਤੋਂ। ਫਿਰ ਜਿਵੇਂ ਜਿਵੇਂ ਉਹ ਬਾਹਰ ਨਿਕਲੂਗਾ ਤਾਂ ਸੋਸਾਇਟੀ ਉਹਨੂੰ ਵੈਲਿਊਜ਼ ਸਿਖਾਉਣ ਦੇ ਵਿੱਚ ਹੈਲਪ ਕਰੂਗੀ। ਜਿਵੇਂ ਕਿ ਤੁਸੀਂ ਪ੍ਰਾਇਮਰੀ ਸੋਸ਼ਲਾਈਜੇਸ਼ਨ ਤੇ ਸੈਕੰਡਰੀ ਸੋਸ਼ਲਾਈਜੇਸ਼ਨ ਦੇ ਬਾਰੇ ਚ ਪੜ੍ਹਿਆ ਸੀ ਨਾ, ਤਾਂ ਉਹ ਵੀ ਜੋ ਸਮਾਜ ਦੀਆਂ ਵੈਲਿਊਜ਼ ਨੇ ਉਹਨਾਂ ਨੂੰ ਸਿਖਾਉਣ ਦੇ ਵਿੱਚ ਹੈਲਪ ਕਰਦੀ ਆ ਸਾਡੀ ਪ੍ਰਾਇਮਰੀ ਤੇ ਸੈਕੰਡਰੀ ਸੋਸ਼ਲਾਈਜੇਸ਼ਨ। ਪਰ ਪ੍ਰਾਇਮਰੀ ਦੇ ਵਿੱਚ ਕੌਣ ਆ ਜਾਂਦਾ, ਸਾਡੇ ਪੇਰੈਂਟਸ, ਸਾਡਾ ਪਰਿਵਾਰ, ਜਿੱਥੋਂ ਬੱਚਾ ਸਭ ਤੋਂ ਸ਼ੁਰੂ ਦੇ ਵਿੱਚ ਵੈਲਿਊ ਸਿੱਖਣ ਲੱਗਦਾ, ਤੇ ਫਿਰ ਉਸ ਤੋਂ ਬਾਅਦ ਸਾਡਾ ਸਕੂਲ, ਸੋਸਾਇਟੀ। 9th ਕੁਐਸਚਨ ਆ, ਵਿਚ ਵਨ ਆਫ ਥੀਸ ਵੇ do we not use our values for? ਕਿਸ ਲਈ ਮੁੱਲਾਂ ਦੀ ਲੋੜ ਨਹੀਂ ਪੈਂਦੀ? ਸਭ ਤੋਂ ਪਹਿਲਾਂ ਕਿੰਨਾਂ ਲਈ ਲੋੜ ਪੈਂਦੀ ਆ, ਫੈਸਲਾ ਲੈਣ ਲਈ। ਬਿਲਕੁਲ ਠੀਕ ਹੈ ਨਾ। ਆਨੰਦਦਾਇਕ ਕੈਰੀਅਰ, ਤੁਸੀਂ ਕੈਰੀਅਰ ਆਪਦਾ ਕੀ ਕੈਰੀਅਰ ਚੁਣਨਾ ਹੈਗਾ ਨਾ, ਕਿਹੜਾ ਕੈਰੀਅਰ, ਕਿਹੜਾ ਫੀਲਡ ਚੂਜ਼ ਕਰਨਾ, ਇਹ ਵੀ ਤੁਸੀਂ ਕਿਹਦੇ ਆਧਾਰ ਤੇ ਚੁਣਦੇ ਆ, ਆਪਦੀਆਂ ਵੈਲਿਊਜ਼ ਦੇ ਆਧਾਰ ਤੇ, ਐਥਿਕਸ ਦੇ ਆਧਾਰ ਤੇ। ਦੈਨ ਹੈਗਾ ਵੈਲੂਏਟਿੰਗ ਦਾ ਪੀਪਲ ਐਂਡ ਥਿੰਗਸ ਇਨ ਯੂਅਰ ਲਾਈਫ, ਆਪਣੀ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਤੇ ਚੀਜ਼ਾਂ ਨੂੰ ਜੋ ਵੈਲੂਏਟ, ਮੁਲਾਂਕਣ ਕਰਨ ਦੇ ਲਈ। ਇਹਨਾਂ ਸਾਰੀਆਂ ਚੀਜ਼ਾਂ ਲਈ ਸਾਨੂੰ ਵੈਲਿਊਜ਼ ਦੀ ਲੋੜ ਪੈਂਦੀ ਆ, ਪਰ ਅਲਾਰਮ ਨੂੰ ਸੈੱਟ ਕਰਨ ਦੇ ਲਈ ਸਾਨੂੰ ਵੈਲਿਊਜ਼ ਦੀ ਲੋੜ ਨਹੀਂ ਪੈਂਦੀ। 10th ਕੁਐਸਚਨ ਆਪਣੇ ਕੋਲ, ਵਿਚ ਵਨ ਇਜ਼ ਨਾਟ ਐਨ ਐਗਜ਼ਾਮਪਲ ਆਫ ਇੰਟਰੈਂਸਿਕ ਵੈਲਿਊਜ਼। ਇੰਟਰੈਂਸਿਕ ਤੇ ਐਕਸਟ੍ਰੈਂਸਿਕ ਵੈਲਿਊਜ਼ ਕੀ ਹੁੰਦੀਆਂ? ਇੰਟਰੈਂਸਿਕ ਵੈਲਿਊਜ਼ ਜਿਹੜੀਆਂ ਤੁਹਾਡੇ ਅੰਦਰ ਪੈਦਾ ਹੁੰਦੀਆਂ। ਠੀਕ ਹੈ, ਐਕਸਟ੍ਰੈਂਸਿਕ ਵੈਲਿਊਜ਼ ਜਿਹੜੀਆਂ ਬਾਹਰਲੀਆਂ ਨੇ। ਤਾਂ ਸਾਡੇ ਕੋਲ ਇੱਥੇ ਹੈਪੀਨੈਸ ਸਾਡੀ ਅੰਦਰੂਨੀ ਆ, ਲਵ ਅੰਦਰੂਨੀ ਆ, ਰਿਸਪੈਕਟ ਵੀ ਅੰਦਰੂਨੀ ਆ, ਸਾਡੇ ਅੰਦਰੋਂ ਪੈਦਾ ਅੰਦਰਲੀਆਂ ਵੈਲਿਊਜ਼ ਨੇ। ਤੇ ਐਜੂਕੇਸ਼ਨ ਆ ਜਿਹੜੀ ਉਹ ਸਾਡੀ ਇੱਕ ਬਾਹਰਲੀ ਵੈਲਿਊ। ਐਜੂਕੇਸ਼ਨ ਪ੍ਰਾਪਤ ਕਰਨਾ ਵੀ ਇੱਕ ਤਰੀਕੇ ਦਾ ਤੁਹਾਡਾ ਮੁੱਲ ਆ ਹਨਾ, ਵੈਲਿਊ ਜਿਹਨੂੰ ਇੰਪੋਰਟੈਂਸ ਦਿੱਤੀ ਜਾਂਦੀ ਹੈ। ਠੀਕ ਹੈ ਜੀ, ਨੈਕਸਟ ਕੁਐਸਚਨ ਆਪਣੇ ਕੋਲ, which of these is something that could make your values change? ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਆ ਜਿਹੜੀ ਕਿ ਤੁਹਾਡੀਆਂ ਜੋ ਵੈਲਿਊਜ਼ ਨੇ ਉਹਨਾਂ ਨੂੰ ਚੇਂਜ ਕਰ ਸਕਦੀ ਆ ਹਨਾ? ਕਿਹੜੀ ਚੀਜ਼ ਆ ਜਿਹੜੀ ਤੁਹਾਡੀਆਂ, ਜੋ ਤੁਹਾਡੇ ਕੋਲ ਐਗਜ਼ਿਸਟਿੰਗ ਵੈਲਿਊਜ਼ ਨੇ ਉਹਨਾਂ ਨੂੰ ਬਦਲ ਸਕਦੀ ਆ ਨਾ। ਫਰਸਟ ਆਫ ਆਲ ਆਪਣੇ ਕੋਲ ਹੈ ਗੋਇੰਗ ਸ਼ਾਪਿੰਗ। ਠੀਕ ਹੈ, ਡਰਾਇੰਗ ਆ ਪਿਕਚਰ, ਕੋਈ ਚਿੱਤਰ ਬਣਾਉਣਾ,
मेकिंग एंड फ्रेंड्स दैट आर वेरी डिफरेंट, ये आ ठीक है। सब तो ज्यादा ਜਿਹੜੀ ਆਪਣੇ ਕੋਲ ਇੱਕ ਸਟੇਟਮੈਂਟ ਆ ਹੈ ਮੇਕਿੰਗ ਅ ਫਰੈਂਡ दैट ਆਰ, ਜਿਹੜੇ ਤੁਹਾਡੇ ਤੋਂ ਡਿਫਰੈਂਟ ਫਰੈਂਡਸ ਹੋਣਗੇ ਉਹਨਾਂ ਦੇ ਪ੍ਰਭਾਵ ਹੇਠ ਤੁਸੀਂ ਆਪਦੀਆਂ ਵੈਲਿਊਜ਼ ਬਦਲ ਸਕਦੇ ਹੋ। ਜੇ ਜਿਵੇਂ ਦੀ ਤੁਹਾਡੀ ਕੰਪਨੀ ਆ ਉਸੇ ਤਰੀਕੇ ਦੀਆਂ ਤੁਹਾਡੀਆਂ ਵੈਲਿਊਜ਼ ਹੋਣਗੀਆਂ। ਨਨ ਆਫ ਥੀਸ ਯੂ ਨੈਵਰ ਚੇਂਜ, ਵੈਲਿਊਜ਼ ਚੇਂਜ ਹੁੰਦੀਆਂ ਨੇ। ਇੱਕ ਬੱਚਾ ਪਹਿਲਾਂ ਕਿਸੇ ਦੀ ਰਿਸਪੈਕਟ ਨਹੀਂ ਸੀ ਕਰਦਾ, ਜੋ ਰਿਸਪੈਕਟ ਕਰ ਰਿਹਾ ਉਹਨੂੰ ਫੈਮਿਲੀ ਸਿਖਾ ਰਹੀ ਹੈ, ਇਹਦਾ ਮਤਲਬ ਕੀ ਆ, ਵੈਲਿਊਜ਼ ਚੇਂਜੇਬਲ ਨੇ। ਨੈਕਸਟ ਕੁਐਸਚਨ ਆਪਣੇ ਕੋਲ, ਬਿਟਵੀਨ ਏਜ 1 to 7 ਈਅਰ ਵੇਅਰ ਡੂ ਆਰ ਵੈਲਿਊਜ਼ ਕਮ ਫਰੋਮ, ਤਾਂ ਆਪਣੀਆਂ ਵੈਲਿਊਜ਼ ਸਭ ਤੋਂ ਪਹਿਲਾਂ ਮਤਲਬ ਕਿੱਥੋਂ ਪੈਦਾ ਹੁੰਦੀਆਂ ਨੇ? ਟੀਚਰਸ ਤੇ ਹੀਰੋਜ਼ ਤੋਂ, ਪੇਰੈਂਟਸ ਤੋਂ, ਨਨ ਆਫ ਥੀਸ। ਤਾਂ ਇੱਥੇ ਆਪਣੇ ਕੋਲ ਸਭ ਤੋਂ ਪਹਿਲਾਂ ਵੀ ਦੱਸ ਚੁੱਕੀ ਹਾਂ, ਸਾਡੇ ਕੋਲ ਕੋਈ ਵੀ ਚੀਜ਼ ਸਮਾਜ ਦੇ ਵਿੱਚੋਂ ਲਰਨ ਕਰਨ ਦੇ ਦੋ ਸੋਰਸ ਨੇ, ਪ੍ਰਾਇਮਰੀ ਤੇ ਸੈਕੰਡਰੀ। ਪ੍ਰਾਇਮਰੀ ਦੇ ਵਿੱਚ ਕੌਣ ਆ ਜਾਂਦਾ? ਸਾਡਾ ਪਰਿਵਾਰ, ਸਾਡੀ ਪੇਰੈਂਟਸ, ਸਾਡੀ ਪੂਰੀ ਫੈਮਿਲੀ, ਠੀਕ ਹੈ। ਤੇ ਜਿਹੜਾ ਸੈਕੰਡਰੀ ਆ ਉਹਦੇ ਵਿੱਚ ਕੌਣ ਆ ਜਾਂਦਾ ਹੈਗਾ? ਸੈਕੰਡਰੀ ਦੇ ਵਿੱਚ ਜਿਹੜੀ ਚੀਜ਼ ਆਉਂਦੀ ਆ ਉਹ ਹੈ ਆਪਣੀ ਸੈਕੰਡਰੀ ਦੇ ਵਿੱਚ ਆ ਜਾਂਦਾ ਹੈਗਾ ਆਪਣਾ ਪੂਰਾ ਦਾ ਪੂਰਾ ਸਮਾਜ, ਠੀਕ ਹੈ, ਸਕੂਲ, ਸਮਾਜ, ਇਹ ਸਾਰੇ। ਨੈਕਸਟ ਕੁਐਸਚਨ ਆਪਣੇ ਕੋਲ, ਐਕਟੀਵਿਟੀਜ਼ दैट ਵੀ ਕੈਨ ਅਰੇਂਜ ਇਨ ਪ੍ਰੀ ਸਕੂਲ ਫॉर ਮੋਰਲ ਐਜੂਕੇਸ਼ਨ। ਮੋਰਲ ਐਜੂਕੇਸ਼ਨ ਦੇ ਲਈ ਆਪਾਂ ਕਿਹੜੀਆਂ ਕਿਹੜੀਆਂ ਮਤਲਬ ਐਕਟੀਵਿਟੀਜ਼ ਨੇ ਜੋ ਸਕੂਲ ਦੇ ਵਿੱਚ ਅਰੇਂਜ ਕਰ ਸਕਦੇ ਆ? ਆਪਾਂ ਕੀ ਕਰ ਸਕਦੇ ਆ? ਪਪਟ ਸ਼ੋ, ਬਿਲਕੁਲ ਠੀਕ ਆ। ਨਾਟਕ, ਇਹ ਵੀ ਬਿਲਕੁਲ ਠੀਕ ਆ। ਮੁੱਲਾਂ ਵਾਲੇ ਖਿਡੌਣੇ, ਮਤਲਬ ਇਹਦਾ ਕੀ ਆ ਕਿ ਵੈਲਿਊ ਲੇਬਲ, ਕਿ ਕੋਈ ਟॉय ਲੈ ਲਓ ਤੇ ਉਹਦੇ ਉੱਪਰ ਵੈਲਿਊਜ਼ ਲਿਖੀਆਂ ਹੋਣ, ਜਿਵੇਂ ਕਾਰਟੂਨਾਂ ਦੇ ਕਰੈਕਟਰ ਹੁੰਦੇ ਆ, ਤਾਂ ਉਸ ਤਰੀਕੇ ਨਾਲ। ਤਾਂ ਸਾਡੇ ਕੋਲ ਆਨਸਰ ਹੈ ਜੀ all of these। ਨੈਕਸਟ ਆਪਣੇ ਕੋਲ, ਵਿਚ ਆਫ ਫੋਲੋਇੰਗ ਇਜ਼ ਗੁੱਡ ਹੈਬਿਟ ਇਨ ਚਾਈਲਡ, ਇੱਕ ਬੱਚੇ ਦੇ ਵਿੱਚ ਚੰਗੀ ਆਦਤ ਕਿਹੜੀ ਹੈ? ਡੋਂਟ ਵੇਸਟ ਫੂਡ, ਬਿਲਕੁਲ ਠੀਕ ਹੈ ਨਾ। ਬੱਚੇ ਨੂੰ ਇਹ ਸਿਖਾਇਆ ਜਾਵੇ ਕਿ ਭੋਜਨ ਨੂੰ ਵਿਅਰਥ ਨਾ ਕੀਤਾ ਜਾਵੇ। ਡੋਂਟ ਟਾਕ ਵਾਈਲ ਈਟਿੰਗ, ਜਦੋਂ ਤੁਸੀਂ ਖਾਣਾ ਖਾ ਰਹੇ ਹੋ ਤਾਂ ਉਦੋਂ ਜਿਹੜਾ ਹੈ ਗੱਲਬਾਤ ਨਾ ਕੀਤੀ ਜਾਵੇ। ਤੇ ਵਾਸ਼ ਯੂਅਰ ਹੈਂਡ ਪ੍ਰੋਪਰਲੀ ਆਫਟਰ ਈਟਿੰਗ ਯੂਅਰ ਮੀਲ, ਜਦੋਂ ਤੁਸੀਂ ਆਪਦਾ ਮੀਲ ਲੈ ਲੈਂਦੇ ਹੋ ਹਨਾ, ਤਾਂ ਉਸ ਤੋਂ ਬਾਅਦ ਵੀ ਆਪਦੇ ਹੱਥ ਅੱਛੀ ਤਰ੍ਹਾਂ ਧੋਵੋ, ਤੇ ਉਸ ਤੋਂ ਪਹਿਲਾਂ ਵੀ ਹੱਥ ਅੱਛੀ ਤਰ੍ਹਾਂ ਧੋਵੋ। ਇਹ ਕੀ ਆ, ਬੱਚਿਆਂ ਨੂੰ ਸਿਖਾਇਆ ਜਾਊਗਾ। ਤੇ ਇਹ ਸਾਰੀਆਂ ਹੀ ਬੱਚੇ ਦੇ ਵਿੱਚ ਇੱਕ ਚੰਗੀਆਂ ਆਦਤਾਂ ਨੇ। ਤੇ ਸਾਡੇ ਕੋਲ ਇੱਥੇ ਆਨਸਰ ਕੀ ਬਣੂਗਾ ਜੀ? all of these। ਤਾਂ ਆਪਣੇ ਕੋਲ ਇੱਥੇ ਆਨਸਰ ਹੈ all of these। ਨੈਕਸਟ ਆਪਣੇ ਕੋਲ, which amendment is provided provision of duty of parents to send their children to school। ਇਹ ਕਾਫੀ ਬੱਚਿਆਂ ਨੂੰ ਨਾ ਆਲਰੇਡੀ ਕਲੀਅਰ ਹੋਣਾ। 86ਵੀਂ ਸੋਧ, 86ਵੀਂ ਸੋਧ ਕਦੋਂ ਹੋਈ ਸੀ? 2002 ਦੇ ਵਿੱਚ, ਜਦੋਂ ਸਾਡਾ ਰਾਈਟ ਟੂ ਐਜੂਕੇਸ਼ਨ ਆ ਜਿਹੜਾ ਐਡ ਕੀਤਾ ਗਿਆ ਸੰਵਿਧਾਨ ਦੇ ਵਿੱਚ। ਕਿਹੜੀ ਧਾਰਾ ਦੇ ਵਿੱਚ? 21A ਦੇ ਵਿੱਚ, ਠੀਕ ਹੈ। ਤਾਂ ਉਸੇ ਟਾਈਮ ਤੇ ਜਦੋਂ ਰਾਈਟ ਟੂ ਐਜੂਕੇਸ਼ਨ ਸ਼ਾਮਲ ਕੀਤਾ ਗਿਆ, ਨਾਲ ਹੀ ਸਾਡੀ ਜਿਹੜੀ ਸਾਡੇ ਕੋਲ ਫੰਡਾਮੈਂਟਲ ਡਿਊਟੀਜ਼ ਨੇ, ਜੋ ਫੰਡਾਮੈਂਟਲ ਜੋ ਮੌਲਿਕ ਕਰਤੱਵ ਦਿੱਤੇ ਹੋਏ ਨੇ, ਉਹਨਾਂ ਕਰਤਵਾਂ ਦੇ ਵਿੱਚ ਇੱਕ 11ਵੀਂ ਡਿਊਟੀ ਵੀ ਐਡ, ਕਿਉਂਕਿ 42ਵੀਂ ਸੋਧ ਦੇ ਰਾਹੀਂ ਕਿੰਨੀਆਂ ਡਿਊਟੀਜ਼ ਐਡ ਕੀਤੀਆਂ ਗਈਆਂ ਸੀ? 10। ਤੇ 11ਵੀਂ ਡਿਊਟੀ 2002 ਦੇ ਵਿੱਚ ਸ਼ਾਮਿਲ ਕੀਤੀ ਗਈ। ਡਿਊਟੀ ਕਿਹਨਾਂ ਦੇ ਲਈ ਸੀਗੀ? ਪੇਰੈਂਟਸ ਦੇ ਲਈ। ਕੀ ਡਿਊਟੀ ਸੀਗੀ? ਕਿ ਆਪਣੇ 6 ਤੋਂ ਲੈ ਕੇ 14 ਸਾਲ ਦੇ ਬੱਚਿਆਂ ਨੂੰ ਮਾਪੇ ਸਕੂਲ ਦੇ ਵਿੱਚ ਜ਼ਰੂਰ ਭੇਜਣ, ਠੀਕ ਹੈ। ਤਾਂ 86ਵੀਂ ਸੋਧ ਕਿਹਦੇ ਨਾਲ ਰਿਲੇਟ ਕਰਦੀ ਹੈਗੀ ਆ? ਆਪਣੀ ਬੱਚਿਆਂ ਨੂੰ, ਮਾਪਿਆਂ ਦੀ ਇਸ ਡਿਊਟੀ ਦੇ ਉੱਪਰ ਕਿ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਐਜੂਕੇਸ਼ਨ ਲੈਣ ਦੇ ਲਈ ਜ਼ਰੂਰ ਭੇਜਣ। ਨੈਕਸਟ ਕੁਐਸਚਨ ਆਪਣੇ ਕੋਲ, ਇਨਵਾਇਰਨਮੈਂਟ ਅਵੇਅਰਨੈਸ ਇਜ਼ ਇੰਪੋਰਟੈਂਟ ਓਨਲੀ ਐਟ, ਕਿਹੜੀ ਸਟੇਜ ਦੇ ਵਿੱਚ ਇਨਵਾਇਰਨਮੈਂਟ ਐਜੂਕੇਸ਼ਨ ਜ਼ਰੂਰੀ ਆ? ਤਾਂ ਇਨਵਾਇਰਨਮੈਂਟ ਐਜੂਕੇਸ਼ਨ ਆਪਣੇ ਕੋਲ ਕਿਹੜੀ ਸਟੇਜ ਦੇ ਵਿੱਚ ਜ਼ਰੂਰੀ ਆ? ਪ੍ਰੀ ਪ੍ਰਾਇਮਰੀ ਦੇ ਵਿੱਚ, ਪ੍ਰਾਇਮਰੀ ਦੇ ਵਿੱਚ, ਜਾਂ ਸਾਰੀਆਂ ਦੇ ਵਿੱਚ? ਜਿਹੜੀ ਅਸਲ ਦੇ ਵਿੱਚ ਇਨਵਾਇਰਨਮੈਂਟਲ ਐਜੂਕੇਸ਼ਨ ਆ ਉਹ ਹਰ ਇੱਕ ਸਟੇਜ ਦੇ ਉੱਪਰ ਜ਼ਰੂਰੀ ਆ ਨਾ। ਅਸੀਂ ਵੀ ਜਿਸ ਸਟੇਜ ਦੇ ਉੱਪਰ ਆ, ਸਾਨੂੰ ਵੀ ਅੱਜ ਇੰਨੀ ਜ਼ਿਆਦਾ ਇਨਵਾਇਰਨਮੈਂਟ ਨੂੰ ਦੇ ਬਾਰੇ ਚ ਅਵੇਅਰਨੈਸ ਦੀ ਲੋੜ ਆ, ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਆ। ਤਾਂ ਸਕੂਲ ਦੇ ਵਿੱਚ ਪ੍ਰੀ ਪ੍ਰਾਇਮਰੀ, ਸੈਕੰਡਰੀ, ਪ੍ਰਾਇਮਰੀ, ਹਰ ਇੱਕ ਸਟੇਜ ਦੇ ਉੱਪਰ ਨੀਡ ਹੁੰਦੀ ਆ ਇਨਵਾਇਰਨਮੈਂਟਲ ਅਵੇਅਰਨੈਸ ਦੀ, ਠੀਕ ਹੈ ਜੀ। ਨੈਕਸਟ ਕੁਐਸਚਨ ਆਪਣੇ ਕੋਲ, ਐਨ ਆਬਜੈਕਟਿਵ ਆਫ ਇਨਵਾਇਰਨਮੈਂਟਲ ਸਟੱਡੀ ਇਜ਼, ਤਾਂ ਇਨਵਾਇਰਨਮੈਂਟਲ ਸਟੱਡੀ ਦਾ ਕਹਿੰਦੇ ਕੀ ਉਦੇਸ਼ ਆ? ਅਸੀਂ ਬੱਚਿਆਂ ਨੂੰ ਸਕੂਲ ਦੇ ਵਿੱਚ ਇਨਵਾਇਰਨਮੈਂਟਲ ਸਟੱਡੀਜ਼ ਦਾ ਸਬਜੈਕਟ ਲਾ ਦਿੰਦੇ ਆ, ਉਹਦੇ ਪਿੱਛੇ ਕਹਿੰਦੇ ਕੀ ਰੀਜ਼ਨ ਆ? ਤਾਂ ਆਪਣੇ ਕੋਲ ਫਰਸਟ ਆਪਸ਼ਨ ਹੈਗੀ ਆ, ਰੇਜ਼ ਕੌਨਸ਼ੀਅਸਨੈਸ ਦੈਟ ਇਨਵਾਇਰਨਮੈਂਟ ਕੰਡੀਸ਼ਨ, ਬੱਚਿਆਂ ਨੂੰ ਇਨਵਾਇਰਨਮੈਂਟ ਦੀਆਂ ਕੀ ਕੰਡੀਸ਼ਨਸ ਨੇ, ਪ੍ਰੈਜ਼ੈਂਟ ਕੀ ਕੰਡੀਸ਼ਨਸ ਨੇ, ਇਹਦੇ ਬਾਰੇ ਜਾਗਰੂਕ ਕਰਨ ਦੇ ਬਾਰੇ ਚ ਬਿਲਕੁਲ ਠੀਕ। ਇਨਵਾਇਰਨਮੈਂਟਲੀ ਐਪਰੋਪ੍ਰੀਏਟ ਬਿਹੇਵੀਅਰ, ਕਿ ਬੱਚੇ ਇਨਵਾਇਰਨਮੈਂਟ ਦੇ ਪ੍ਰਤੀ ਅੱਛਾ ਰਵੱਈਆ ਰੱਖਣ, ਉਹਦੇ ਪ੍ਰਤੀ ਢੁਕਵਾਂ ਰਵੱਈਆ ਰੱਖਣ, ਇਹ ਸਿਖਾਉਣ ਦੇ ਲਈ। ਤੇ ਕ੍ਰੀਏਟ ਐਨ ਇਨਵਾਇਰਨਮੈਂਟਲ ਐਥਿਕ ਸੈਂਸਿਟਿਵ ਸੁਸਾਇਟੀ, ਜੋ ਸਾਡੀ ਇਨਵਾਇਰਨਮੈਂਟਲ ਐਥਿਕਸ ਨੇ, ਜੋ ਵਾਤਾਵਰਣ ਦੇ ਗੁਣ ਜੋ ਹੈ ਸਾਡੇ ਕੋਲ ਹਨਾ ਪ੍ਰਤੀ ਜੋ ਮੁੱਲ ਨੇ ਇੱਕ ਹਿਊਮਨ ਬੀਇੰਗ ਦੇ, ਉਹਨਾਂ ਦੇ ਬਾਰੇ ਚ ਬੱਚੇ ਨੂੰ
ਬੱਚੇ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੂੰ ਕ੍ਰੀਏਟ ਕਰਨ ਦੇ ਲਈ। ਤਾਂ ਇੱਥੇ ਵੀ ਸਾਡੇ ਕੋਲ ਆਪਸ਼ਨ ਕੀ ਹੈ, all of above। environment is the life support system that include, environment ਦੇ ਵਿੱਚ ਕਹਿੰਦੇ ਲਾਈਫ ਸਿਸਟਮ ਆ, ਲਾਈਫ ਸਪੋਰਟ ਸਿਸਟਮ ਆ, ਜਿਹ ਚ ਕੀ ਸ਼ਾਮਲ ਹੁੰਦਾ, 에ਅਰ, ਠੀਕ ਹੈ, ਜਿਹਨੂੰ ਅਸੀਂ ਕੀ ਆਖ ਦਿੰਦੇ ਆ, ਧਰਤੀ ਗੋਲ ਆ ਨਾ, ਤੇ ਉਹਦੇ ਆਸੇ ਪਾਸੇ ਜਿਹੜੀਆਂ ਹਵਾ ਦਾ ਇੱਕ ਗਲਾਫ ਹੁੰਦਾ ਉਹਨੂੰ ਅਸੀਂ ਆਖ ਦਿੰਦੇ ਹੈਗੇ ਆ ਐਟਮੋਸਫੀਅਰ, ਹਨਾ। ਤਾਂ ਇਹ ਪਾਰਟਸ ਨੇ ਬੇਸਿਕਲੀ ਅਰਥ ਦੇ। ਲੈਂਡ ਆ, ਫਿਰ ਲੈਂਡ ਮਤਲਬ ਕੀ ਆ, ਲਿਥੋਸਫੀਅਰ, ਠੀਕ ਹੈ, ਥਲ ਮੰਡਰ, ਲਿਥੋ ਸਫੀਅਰ, ਥਲ ਮੰਡਰ, ਇਹ ਸਾਰੀਆਂ ਚੀਜ਼ਾਂ ਹੋਪ ਤੁਸੀਂ ਕਾਫੀ ਬੱਚਿਆਂ ਨੇ ਪੜ੍ਹੀਆਂ ਹੋਣਗੀਆਂ। ਤੇ ਵਾਟਰ ਹਾਈਡਰੋਸਫੀਅਰ, ਹਨਾ। ਤਾਂ ਜਿਹੜੀ ਪੂਰੀ ਅਰਥ ਹੈਗੀ ਆ ਬੇਸਿਕਲੀ ਉਹਦੇ 4 ਪੋਰਸ਼ਨਸ ਮੰਨੇ ਜਾਂਦੇ ਆ। ਪਹਿਲਾ ਹੁੰਦਾ ਐਟਮੋਸਫੀਅਰ ਜੋ ਹਵਾ ਦਾ ਗ੍ਰਾਫ ਆ, ਹਵਾ ਜ਼ਰੂਰੀ ਆ ਹਨਾ ਇਸ ਲਾਈਫ ਸਿਸਟਮ ਦੇ ਵਿੱਚ। ਫਿਰ ਲਿਥੋਸਫੀਅਰ ਧਰਤੀ ਜ਼ਰੂਰੀ ਆ, ਫਿਰ ਹਾਈਡਰੋਸਫੀਅਰ ਆ, ਤੇ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈਗੀ ਆ ਬਾਇਓਸਫੀਅਰ, ਠੀਕ ਹੈ। ਬਾਇਓਸਫੀਅਰ ਕੀ ਆ, ਉਹ ਨੈਰੋ ਪੱਟੀ ਜਿੱਥੇ ਤਿੰਨੇ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ, ਜਿਵੇਂ ਸਾਡੇ ਲਈ ਸਾਨੂੰ ਪਾਣੀ ਵੀ ਚਾਹੀਦਾ, ਮਿੱਟੀ ਵੀ ਚਾਹੀਦੀ ਆ, ਹਵਾ ਵੀ ਚਾਹੀਦੀ ਆ, ਤੇ ਇਹਨਾਂ ਸਾਰੀਆਂ ਦੀ ਜਿੱਥੇ ਅਸੀਂ ਜੀਵ ਜੰਤੂ ਹਿਊਮਨ ਬੀਇੰਗ ਰਹਿੰਦਾ, ਤਾਂ ਉਹ ਸਾਰੀ ਚੀਜ਼ ਕੀ ਹੈ ਸਾਡੇ ਕੋਲ ਬਾਇਓਸਫੀਅਰ, ਜਿੱਥੇ ਕਿ ਹਵਾ, ਪਾਣੀ, ਮਿੱਟੀ, ਠੀਕ ਹੈ, ਇਹ ਸਾਰੀਆਂ ਚੀਜ਼ਾਂ, ਧਰਤੀ ਮਤਲਬ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ। ਨੈਕਸਟ ਕੁਐਸਚਨ ਆਪਣੇ ਕੋਲ, ਐਟਮੋਸਫੀਅਰ ਕੰਸਿਸਟ ਆਫ ਪਰਸੈਂਟੇਜ ਨਾਈਟ੍ਰੋਜਨ। ਜਿਹੜਾ ਸਾਡਾ ਐਟਮੋਸਫੀਅਰ ਆ ਉਹ ਕੀ ਆ, ਹਵਾ ਦਾ ਗਲਾਫ, ਹਨਾ। ਤੇ ਇਹਦੇ ਵਿੱਚ ਜਿਹੜੀਆਂ ਕਾਫੀ ਹਵਾ ਦਾ ਗਲਾਫ ਆ, ਤੇ ਉਹਦੇ ਚ ਕਾਫੀ ਜ਼ਿਆਦਾ ਜਿਹੜੀਆਂ ਗੈਸਾਂ ਜਾਂ ਕਣ, ਮਿੱਟੀ ਦੇ ਧੂੜਕਣ, ਇਹ ਸਾਰੀਆਂ ਚੀਜ਼ਾਂ ਪਾਈਆਂ ਜਾਂਦੀਆਂ। ਤੇ ਇਹਦੇ ਚ ਸਭ ਤੋਂ ਜ਼ਿਆਦਾ ਜਿਹੜੀ ਪਲੈਂਟੀ ਆਫ ਗੈਸਿਸ ਨੇ, ਸਭ ਤੋਂ ਜ਼ਿਆਦਾ ਜਿਹੜੀ ਗੈਸ ਪਾਈ ਜਾਂਦੀ ਆ ਉਹ ਕਿਹੜੀ ਹੁੰਦੀ ਆ, ਨਾਈਟ੍ਰੋਜਨ, ਜਿਹੜੀ ਕਿੰਨੀ ਹੁੰਦੀ ਆ 78%। ਤੇ ਦੂਜੇ ਨੰਬਰ ਤੇ ਜਿਹੜੀ ਜ਼ਿਆਦਾ ਮਾਤਰਾ ਦੇ ਵਿੱਚ ਪਾਈ ਜਾਂਦੀ ਆ ਉਹ ਕਿਹੜੀ ਹੁੰਦੀ ਆ, ਆਕਸੀਜਨ। ਇਹ ਡਾਇਰੈਕਟ ਕੁਐਸਚਨ ਵੀ ਪੁੱਛ ਸਕਦੇ ਆ ਤੁਹਾਡੀ ਇਨਵਾਇਰਨਮੈਂਟ ਅਵੇਅਰਨੈਸ ਦੇ ਵਿੱਚੋਂ ਕਿ ਸਭ ਤੋਂ ਜ਼ਿਆਦਾ ਐਟਮੋਸਫੀਅਰ ਦੇ ਵਿੱਚ ਕਿਹੜੀ ਗੈਸ ਪਾਈ ਜਾਂਦੀ ਆ, ਨਾਈਟ੍ਰੋਜਨ, ਤੇ ਦੂਜੇ ਨੰਬਰ ਤੇ ਕਿਹੜੀ ਪਾਈ ਜਾਂਦੀ ਆ, ਆਕਸੀਜਨ, ਠੀਕ ਹੈ। ਬਾਕੀ ਜਿਹੜੀਆਂ 1% ਰਹਿ ਗਈਆਂ ਉਹਦੇ ਚ ਆਰਗਨ ਹੋ ਗਈ, ਕਾਰਬਨ ਡਾਈਆਕਸਾਈਡ ਹੋ ਗਿਆ, ਹਾਈਡਰੋਜਨ ਹੋ ਗਿਆ, ਇਹ ਸਾਰੀਆਂ ਗੈਸਾਂ ਪਾਈਆਂ ਜਾਂਦੀਆਂ। 20 ਕੁਐਸਚਨ, ਵਰਲਡ ਇਨਵਾਇਰਨਮੈਂਟ ਡੇ। ਵਰਲਡ ਇਨਵਾਇਰਨਮੈਂਟ ਡੇ ਕਦੋਂ ਮਨਾਇਆ ਜਾਂਦਾ ਹੈਗਾ, 5 ਆਫ ਜੂਨ। ਵਰਲਡ ਵਾਟਰ ਡੇ, ਵਰਲਡ ਵਾਟਰ ਡੇ ਕਦੋਂ ਮਨਾਇਆ ਜਾਂਦਾ ਹੈਗਾ, 22 ਮਾਰਚ। ਤਾਂ ਆਪਣੇ ਕੋਲ ਕੀ ਹੈ ਇੱਥੇ 22 ਮਾਰਚ। ਦੈਨ ਨੈਕਸਟ ਕੁਐਸਚਨ ਆਪਣੇ ਕੋਲ, ਸਸਟੇਨੇਬਲ ਡਿਵੈਲਪਮੈਂਟ ਦਾ ਕੀ ਮਤਲਬ ਆ। ਤਾਂ ਸਸਟੇਨੇਬਲ ਡਿਵੈਲਪਮੈਂਟ ਦਾ ਆਪਣੇ ਕੋਲ ਇੱਥੇ ਕੀ ਮਤਲਬ, ਮੈਂ ਇੱਕ ਕਲਾਸ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਕਰਵਾਇਆ ਸੀਗਾ ਕਿ ਸਸਟੇਨੇਬਲ ਡਿਵੈਲਪਮੈਂਟ ਹੁੰਦੀ ਆ ਜਦੋਂ ਅਸੀਂ ਜੋ ਸਾਡੇ ਕੋਲ ਰਿਸੋਰਸਿਸ ਨੇ, ਅੱਜ ਸਾਡੇ ਕੋਲ ਪਾਣੀ ਆ, ਅੱਜ ਸਾਡੇ ਕੋਲ ਜੋ ਵੀ ਚੀਜ਼ਾਂ ਹੈ, ਜੋ ਵੀ ਫੈਸਿਲਿਟੀ ਸਾਡੇ ਕੋਲ ਹੈਗੀਆਂ ਨੇ, ਜੋ ਵੀ ਰਿਸੋਰਸਿਸ ਸਾਡੇ ਕੋਲ ਹੈਗੇ ਆ, ਉਹਨਾਂ ਨੂੰ ਇਸ ਤਰੀਕੇ ਦੇ ਨਾਲ ਵਰਤਣਾ ਕਿ ਫਿਊਚਰ ਦੇ ਵਿੱਚ ਜਿਹੜੇ ਲੋਕ ਹੈਗੇ ਆ, ਜੋ ਸਾਡੀਆਂ ਜੋ ਫਿਊਚਰ ਜਨਰੇਸ਼ਨਸ ਨੇ, ਭਵਿੱਖ ਜੋ ਆਉਣ ਵਾਲਾ, ਉੱਥੋਂ ਤੱਕ ਵੀ ਉਹ ਰਹਿ ਸਕਣ, ਠੀਕ ਹੈ। ਤੇ ਇੱਥੇ ਸਾਡੇ ਕੋਲ ਕੀ ਆ, ਫਰਸਟ ਆਪਸ਼ਨ ਆ ਮੀਟਿੰਗ ਪ੍ਰੈਜ਼ੈਂਟ ਨੀਡਸ ਵਿਦਾਊਟ ਥਿੰਕਿੰਗ। ਇਹ ਇੱਥੋਂ ਗਲਤ ਹੋ ਜਾਂਦਾ ਨਾ, ਸੋਚਣਾ, ਮੈਂ ਇਹ ਕਿਹਾ ਸੀਗਾ ਕਿ ਸੋਚੋ ਫਿਊਚਰ ਦੇ ਬਾਰੇ ਚ, ਫੇਰ ਵਰਤੋ, ਸਹੀ ਸਟੇਟਮੈਂਟ ਆ ਕਿਹਦੇ ਬਾਰੇ, ਸਸਟੇਨੇਬਲ ਡਿਵੈਲਪਮੈਂਟ ਦੇ ਬਾਰੇ। ਪ੍ਰੋਸੈਸ ਆਫ ਹਿਊਮਨ ਬੀਇੰਗ ਇਹ ਸਟੇਟਮੈਂਟ ਦੀ ਪੂਰੀ ਨਹੀਂ ਆ, ਠੀਕ ਹੈ। ਦੈਨ ਥਰਡ ਆਪਣੇ ਕੋਲ, ਬੈਲੈਂਸ ਬਿਟਵੀਨ ਹਿਊਮਨ ਨੀਡਸ ਐਂਡ ਦਾ ਅਬਿਲਿਟੀ ਆਫ ਅਰਥ ਟੂ ਪ੍ਰੋਵਾਈਡ ਦਾ ਰਿਸੋਰਸ। ਦੇਖੋ ਡਾਇਰੈਕਟਲੀ ਇਨਡਾਇਰੈਕਟਲੀ ਆਹ ਚੀਜ਼ ਉਹੀ ਬਿਆਨ ਕਰ ਰਹੀ ਆ। ਮੈਂ ਕੀ ਕਿਹਾ ਸੀ, ਜੋ ਸਾਡੇ ਕੋਲ ਮੌਜੂਦਾ ਸੋਰਸਿਸ ਨੇ ਉਹਨਾਂ ਸੋਰਸਿਸ ਨੂੰ ਇਸ ਤਰੀਕੇ ਦੇ ਨਾਲ ਵਰਤੋ ਅੱਜ ਕਿ ਉਹ ਫਿਊਚਰ ਦੇ ਲਈ ਬਚੇ ਰਹਿ ਸਕਣ, ਠੀਕ ਹੈ। ਤੇ ਇਹਦਾ ਮਤਲਬ ਕੀ ਹੈ ਕਿ ਉਹਦੇ ਵਿੱਚ ਬੈਲੈਂਸ ਕ੍ਰੀਏਟ ਕਰੋ, ਜੋ ਸਾਨੂੰ ਅਰਥ ਨੇ ਪ੍ਰੋਵਾਈਡ ਕੀਤਾ, ਜੋ ਸਾਨੂੰ ਅੱਜ ਅਰਥ ਪ੍ਰੋਵਾਈਡ ਕਰ ਰਹੀ ਹੈ, ਤੇ ਅਸੀਂ ਉਹਨੂੰ ਕਿਵੇਂ ਵਰਤ ਰਹੇ ਹਾਂ। ਹਿਊਮਨ ਦੀ ਨੀਡਸ ਆ ਜਿਹੜੀ, ਹੈ ਨਾ, ਮਤਲਬ ਜੋ ਹਿਊਮਨ ਵਰਤ ਰਿਹਾ, ਜੋ ਹਿਊਮਨ ਦੀ ਨੀਡ ਹੈਗੀ ਆ, ਤੇ ਜੋ ਪ੍ਰੋਡਕਟ ਜਾਂ ਜੋ ਵੀ ਰਿਸੋਰਸ ਸਾਨੂੰ ਅਰਥ ਪ੍ਰੋਵਾਈਡ ਕਰ ਰਹੀ ਹੈ, ਉਹਨਾਂ ਦੇ ਵਿੱਚ ਬੈਲੈਂਸ ਕ੍ਰੀਏਟ ਕਰਨਾ ਹੀ ਆਪਣੇ ਕੋਲ ਇੱਥੇ ਕੀ ਹੈਗਾ ਜੀ, ਸਸਟੇਨੇਬਲ ਡਿਵੈਲਪਮੈਂਟ, ਜਿਹੜੀ ਕਿ ਬੱਚਿਆਂ ਨੂੰ ਸਿਖਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਸ਼ੁਰੂਆਤੀ ਦੌਰ ਦੇ ਵਿੱਚ ਹੀ। ਦੈਨ ਆਪਣੇ ਕੋਲ, ਵਿਚ ਵਨ ਆਫ ਦਾ ਫੋਲੋਇੰਗ ਡਿਸੀਜ਼ ਮੇ ਬੀ ਕਾਜ਼ਡ ਬਾਈ ਸਟੈਗਨੈਂਟ ਵਾਟਰ। ਖੜੇ ਪਾਣੀ ਦੇ ਕਰਕੇ ਕਿਹੜੀ ਸਮੱਸਿਆ ਬੱਚਿਆਂ ਦੇ ਵਿੱਚ ਜਾਂ ਕਿਸੇ ਦੇ ਵਿੱਚ ਵੀ ਹੋ ਸਕਦੀ ਹੈ, ਉਹ ਕਿਹੜੀ ਹੈਗੀ ਆ, ਮਲੇਰੀਆ। ਕਿਉਂਕਿ ਮਲੇਰੀਆ ਕੀ ਆ, ਖੜੇ ਜੋ ਹੈ ਪਾਣੀ, ਉਹਦੇ ਉੱਪਰ ਜੋ ਮਲੇਰੀਆ ਹੈ, ਮਾਦਾ ਮਲੇਰੀਆ, ਉਹ ਪੈਦਾ ਹੁੰਦਾ। ਦੈਨ ਹੈਗਾ, ਅਕੋਰਡਿੰਗ ਟੂ ਮੈਡਮ ਮੋਂਟੇਸਰੀ, ਚਾਈਲਡ ਆਫ ਏਜ 3 to 6 ਈਅਰ ਟੇਕ ਐਜੂਕੇਸ਼ਨ। ਤਾਂ ਬੱਚਾ ਕਿੱਥੇ ਐਜੂਕੇਸ਼ਨ ਲੈਂਦਾ। ਮੈਡਮ ਨੇ ਇੱਕ ਇਟਾਲੀਅਨ ਟਰਮ ਦੇ ਨਾਲ ਕਾਸਾ ਸ਼ਬਦ ਯੂਜ਼ ਕੀਤਾ ਸੀ। ਕਾਸਾ ਸ਼ਬਦ ਦਾ ਮਤਲਬ ਉਹਦਾ ਸਕੂਲ ਹੀ ਸੀ, ਠੀਕ ਹੈ। ਸਕੂਲ ਦੇ ਲਈ ਹੀ ਉਹਨੇ ਕਾਸਾ ਟਰਮ ਯੂਜ਼ ਕੀਤੀ ਹੈ। ਖਾਸ ਤਰ੍ਹਾਂ ਦੇ ਸਕੂਲ ਜਿਹੜੇ ਮੋਂਟੇਸਰੀ ਮੈਥਡ ਨੂੰ ਫੋਲੋ ਕਰਦੇ ਆ, ਉਹਨੇ ਕਾਸਾ ਤੇ ਚਿਲਡਰਨ ਹਾਊਸ ਦਾ ਨਾਂ ਦਿੱਤਾ। ਤਾਂ ਇਹਦਾ ਮਤਲਬ ਕੀ ਹੈ, ਵੀ ਮੈਂ ਤੁਹਾਨੂੰ ਕਲਾਸ ਦੇ ਵਿੱਚ ਕਰਵਾਇਆ ਸੀਗਾ ਕਿ ਕਾਸਾ ਤੇ ਚਿਲਡਰਨ ਹਾਊਸ ਕੀ ਆ, ਉਹ ਸਕੂਲਸ ਨੇ ਜਿੱਥੇ ਮੈਡਮ ਮੋਂਟੇਸਰੀ ਦੇ ਅਕੋਰਡਿੰਗ 3 ਤੋਂ ਲੈ ਕੇ 6 ਸਾਲ ਦੇ ਬੱਚੇ ਸਿੱਖਿਆ ਪ੍ਰਾਪਤ ਕਰ ਸਕਦੇ ਆ। ਤੇ ਦੋਨੋਂ ਟਰਮਸ ਨੇ ਜਿਹੜੀਆਂ ਉਹਨੇ ਸਕੂਲ ਦੇ ਲਈ ਹੀ ਯੂਜ਼ ਕੀਤੀਆਂ ਸੀ, ਪ੍ਰੀ ਪ੍ਰਾਇਮਰੀ ਸਕੂਲ ਦੇ ਲਈ ਹੀ
यूज कीतियां सी ਉਹਦੇ ਅਕੋਰਡਿੰਗ 3 ਤੋਂ ਲੈ ਕੇ 6 ਸਾਲ ਦਾ ਬੱਚਾ ਕਾਸਾ ਦੇ ਵਿੱਚ ਜਾਂ चिल्ड्रन हाउस, ठीक है, दोनों स्कूल्स ही ने विच सिक्ख्या प्राप्त कर सकता। नैक्सट क्वेश्चन अपने कोल, विच ऑफ द फॉलोइंग नॉट राइट अबाउट गीजूबाई बदेका। तो गीजूबाई बदेका के बारे भी तुसी पढ़िया सी फिलोसफी दे विच, है ना। तो जो गीजूबाई बदेका हैगी उन्हां दे बारे च कहंदे की सही नहीं है। तो गीजूबाई बदेका के बारे च फर्स्ट ऑप्शन आ शी रोट दिवस स्वपन। तो उन्हें दिवस स्वपन नाम की बुक लिखी सी, बिल्कुल ठीक आ। शी ओपनड फर्स्ट प्री स्कूल इन भावनगर, ये भी बिल्कुल ठीक है। भावनगर गुजरात के उन्हें पहला प्री स्कूल खोलिया सी, बट हिज ओपीनियन वाज टोटली डिफरेंट फ्रॉम मोंटेंसरी। ये गलत है ना इत्थे, क्योंकि असीं इत्थे पुछया किहड़ा राइट नहीं आ। असल दे विच मैडम मोंटेंसरी नूं फॉलो करदे सी गीजूबाई बदेका, उन्हां दे नक्शे कदमां दे उपर ही चले, तो फिर उन्हां दी ओपीनियन उन्हां तो डिफरेंट नहीं हो सकती, ठीक है। ही बिलीव इन चाइल्ड सेंटर एजुकेशन, ये बिल्कुल ठीक है, क्योंकि मैडम मोंटेंसरी खुद चाइल्ड एजुकेशन दे विच बिलीव करदे सी। साडे कोल जो मतलब इत्थे स्टेटमेंट आ क्वेश्चन के अकॉर्डिंग, बट हिज ओपीनियन वाज टोटली डिफरेंट फ्रॉम मोंटेंसरी। मोंटेंसरी तो डिफरेंट सी, गलत आ, उन्हां दी सोच मोंटेंसरी दे नाल मिलदी सी, मोंटेंसरी नूं ही फॉलो करदे सी। 26th ओल्ड नेम ऑफ मिनिस्ट्री ऑफ एजुकेशन। मिनिस्ट्री ऑफ एजुकेशन का पुराना नाम की सीगा? मिनिस्ट्री ऑफ ह्यूमन रिसोर्स डिवेलपमेंट। केड़ी नीति दे विच इहनूं बदलिया गया? नैशनल पॉलिसी ऑफ एजुकेशन 2020 दे विच इहदा नाम बदल के की कर दिता गया? मिनिस्ट्री ऑफ एजुकेशन। नैक्सट अपने कोल, विच ऑफ फॉलोइंग पेयर इज रॉन्ग अबाउट पॉलिसीज। पॉलिसीज दे बारे च कहंदे किहड़ा पेयर आ एक जिहड़ा जोड़ा वो गलत है? नेशनल एजुकेशन पॉलिसी 2020 बिल्कुल राइट है। नेशनल पॉलिसी फॉर चिल्ड्रन, है ना, एनपीसी होंदा नैशनल पॉलिसी फॉर चिल्ड्रन 1974, ये भी ठीक है। फिर 2013 दे विच रिवाइज हुई सी, ठीक है, एनपीसी 2013 दे विच रिवाइज हुई। दैन एनएनपी नैशनल न्यूट्रिशन पॉलिसी 1993 भी ठीक है। ईसीसी बेसिकली 2013 दे विच हुई सी, तो इस करके ईसीसी का 2000 का पीरियड नहीं है। नेक्स्ट क्वेश्चन अपने को, these points keep in mind when preparing pre-primary curriculum which is not appropriate। कहते जो भी प्री प्राइमरी दे लई करिकुलम तैयार करोगे तो किहड़ी चीज नूं ध्यान दे विच, किहड़ियां काफी पॉइंट्स ने जो तुसीं ध्यान दे विच रखदे आ, ठीक है। तो उन्हां दे विचों किहड़ी एक चीज है जिहड़ी इत्थे ढुकवी नहीं आ? पहला तो तुहाडा जो करिकुलम आ 3E बेस्ड होवे। 3E बेस्ड का मतलब की हैगा? एक्सप्लोरेशन। एक्सप्लोरेशन मतलब पड़ताल कर सके बच्चा, इस तरीके का करिकुलम होवे। इंक्वायरी कर सके बच्चा, इस तरीके का करिकुलम होवे। ते एक्सपेरीमेंट कर सके, ठीक है, एक्सपेरीमेंट करन दा मौका दिंदा होवे, इस तरीके का करिकुलम होवे। इन्हां दा मतलब आ 3 E's, ठीक है जी, 3 E's। देन इंटरेक्शन विद डायरेक्ट आउटसाइड, जो डायरैक्ट बच्चे का आउटसाइड वर्ल्ड आ उहदे नाल बच्चा इंटरैक्ट कर सके, इस तरीके का करिकुलम तैयार करो तो फिर करिकुलम बच्चे की लाइफ के नाल रिलेटेड होवे। 3 पॉइंट मेन ने। फोकस इनिशियली ऑन मैथेमैटिक टर्म्स, तां कहंदे इनिशियली ही मैथेमैटिक टर्म्स के उपर कंसिस्ट मतलब ध्यान दिता। वैसे तो ना शुरुआती दौर दे विच असीं प्री प्राइमरी करिकुलम दे विच मैथेमैटिकल कॉन्सैप्ट्स भी यूज करते हैं, ठीक है, मैथेमैटिक कॉन्सैप्ट भी यूज किए जाते हैं, जिवें बेसिक नंबर हो गया, ग्रेटर दैन, है ना, लार्जर दैन, इन्ना ग्रेटर दैन हो गया, स्मॉलर दैन हो गया, या कोई अखर फाउंड करना हो गया, इन्हां भी असीं यूज करते हैं। पर जिहड़ियां बेसिक मेन 3 इत्थे ये चीज़ां ने, ठीक है, जिहड़ियां शुरुआती जो तुसीं करिकुलम नूं ध्यान बनाउणा तां इन्हां 3 मेन जिहड़े प्रिंसीपल्स ने उन्हां दे विच इन्हां तिन्नां नूं शामिल कीता जांदा। ते प्रिंसीपल्स दे विचों एक तरीके दा क्वेश्चन आ, ठीक है जी। तो मेन ये प्रिंसीपल्स ने जिहड़े तुसीं ध्यान दे विच रखदे हो। जिहड़ी ये वाली स्टेटमेंट है, ये स्टेटमेंट तुहाडे सबजैक्ट्स दे विचों हो सकती है, ठीक है। सबजैक्ट्स जी, जे असीं सबजैक्ट्स की गल करते हैं प्री प्राइमरी दे विच तां सबजैक्ट्स बच्चे नूं आर्ट हो गया, बेसिक मैथ हो गया, है ना, इन्हां चीज़ां नूं भी तुसीं शामिल करोगे, ठीक है। दैन अपने कोल 29th टाइप ऑफ प्रोजेक्ट ड्रिल प्रॉब्लमैटिक एस्थेटिक ते कंस्ट्रक्टिव प्रोजेक्ट गिवन बाय। तां कहंदे जो ड्रिल प्रॉब्लमैटिक सोजात्मक ते कंस्ट्रक्टिविज्म निर्माणात्मक, ये सारे तरह के प्रोजेक्ट दीयां किस्मां दित्तियां किन्हां ने दित्तियां सी? किलपैट्रिक ने, ठीक है। एजुकेशन दे विच प्रोजेक्ट मैथड नूं लिआउण वाला कौन आ? जॉन डेवी, ठीक है। वैसे
द प्रोजेक्ट मैथड बुक किने लिखी सी? किलपैट्रिक ने। इस करके मन्निया जांदा कि जो ये मैथड है ये किने दिता? किलपैट्रिक ने। देन नेक्स्ट क्वेश्चन अपने कोल, हाउ ICT हेल्पफुल इन प्री स्कूल? तो कहते प्री स्कूल दे विच ICT किवें हेल्पफुल आ? कहते इट प्रोवाइड लॉ किवें मदद करदी है फॉर लॉ ऑफ रेडीनेस, बच्चे नू रेडी करन दे विच, है ना, एजुकेशन दे लई रेडी करन दे विच हेल्पफुल करदी है। बिल्कुल ठीक है ना, असीं बच्चे नू प्रिपेयर करदे हां। खास तौर ते अजकल घर दे विच ही, है ना, फोन दे राही, इन्हां चीज़ां दे राही मापे बच्चे नू तैयार करना शुरू कर दिंदे आ, रेडी करना शुरू कर दिंदे आ प्री स्कूल एजुकेशन दे लई। ते फिर स्कूलां दे विच भी खास तौर ते अज दे दौर दे विच जदों करोना का दौर आ ते क्लासां घर दे विचों लग रहीआं बच्चिआं दे, तो उस टाइम दे विच बच्चिआं नू रेडी करन दे विच टीचर किवें, जिहड़े बच्चे हजे स्कूल जाण भी नहीं लगे, प्री दे विच ने, वो बच्चे भी घरे बह के पढ़ रहे ने, वो रेडी कीता जा रहा उन्हां बच्चिआं नू काहदे राहीं? ICT दे राहीं। फिर फॉर CCE की अपने कोल कंटीन्यूअस कॉम्प्रीहेंसिव इवैल्यूएशन, तां इवैल्यूएशन दे विच हेल्पफुल, है ना, काफ़ी ज़्यादा हेल्पफुल है। इहदी सब तो वड्डियां एग्जाम्पल साडा इस टाइम दा टाइम जो चल रहा टाइम आ उही है ना, जो चल रहा पीरियड आ, करोना का दौर आ, हर एक चीज़ घरों चल रही है, तो बच्चों की असैसमेंट भी इत्थों ही हो रही है। बाकी जे असीं रेगूलर क्लासिस की गल करते हैं, उत्थे भी जो है कंप्यूटराइज्ड पूरे प्रोग्राम्स ने स्कूलों के विच, है ना, तो पूरा जिहड़ा डाटा है वो भी किहदे उपर रखा जाता? कंप्यूटर्स के उपर जां ICT अपने फोन्स दे विच, है ना। तो इनफॉर्मेशन ते जो कम्यूनीकेशन, पहला तो देखो दा नाम की है, इनफॉर्मेशन एंड कम्यूनीकेशन टैक्नोलॉजी, तो इन्हां दी हेल्प CCE दे विच भी लई जाती है। ते बाकी टीचिंग लर्निंग प्रोसैस, TLP की है, टीचिंग लर्निंग प्रोसैस, टीचर जो पढ़ा रहा हैगा उहदे जो मैथड्स ने वो ICT तो प्रभावित हो सकते हैं, ICT वाले हो सकते हैं ना। अगेन टीचर फोन तो पढ़ा रहे, उहदे टूल्स, उहदी समगरी आ जिहड़ी, है ना, वो किहदी हैगी आ? ICT बेस्ड आ। ते बच्चा भी जो है अज के दौर में ICT के बेस्ड ही लर्निंग कर रहा, तो इसका मतलब जी साडी टीचिंग लर्निंग प्रोसैस है भी ICT बेस्ड है। ठीक है जी, असीं अज दे MCQs नैक्सट क्लास दे विच नैक्सट MCQ सीरीज नूं लैके मिलांगे। थैंक यू सो मच।